ਤੁਹਾਨੂੰ ਬ੍ਰੈਸਟ ਕੈਂਸਰ ਨਾਲ ਤੁਸੀਂ ਪੀੜਤ ਸੀਗੇ ਤੇ ਤੁਸੀਂ ਕਦੋਂ ਇਹ ਚੀਜ਼ ਫੀਲ ਕੀਤੀ ਵੀ ਮੈਨੂੰ ਇਹ ਚੀਜ਼ ਮਹਿਸੂਸ ਆ, ਕੋਈ ਤਕਲੀਫ ਹੁੰਦੀ ਸੀ, ਕੋਈ ਦਰਦ ਹੁੰਦਾ ਸੀ ਜਾਂ ਕਿਸ ਤਰੀਕੇ ਨਾਲ ਤੁਹਾਨੂੰ ਕੀ ਫੀਲ ਹੁੰਦਾ ਸੀਗਾ? ਟਿਊਮਰ ਟਾਈਪ ਕੁਝ ਮਹਿਸੂਸ ਹੋਇਆ ਮੈਨੂੰ। ਓਕੇ ਮੈਨੂੰ ਸੇਮ ਡੇ ਕੰਟੈਕਟ ਕੀਤਾ ਤੇ ਬਸ ਨਾਲ ਦੀ ਨਾਲ ਇਹ ਸੀਗਾ ਕਿ ਨੈਕਸਟ ਡੇ ਆਪਾਂ ਜਿਹੜਾ ਰੈਫਰਲ ਸੀਗਾ ਉਹ ਪ੍ਰਿੰਸੈਸ ਮਾਰਗਰੇਟ ਕੈਂਸਰ ਹਸਪੀਟਲ ਚ ਲੈ ਲਿਆ ਸੀਗਾ। ਹਾਂ ਆਫ ਕੋਰਸ ਉਹਤੇ 2 ਜਿਹੜੀਆਂ ਗੰਢਾਂ ਹੈਗੀਆਂ ਨੇ ਹਨਾ ਜਾਂ 2 ਜਿਹੜੇ ਟਿਊਮਰਸ ਹੈਗੇ ਨੇ ਤੇ ਉਹਨਾਂ ਦੇ ਨਾਲ ਦੀ ਨਾਲ ਮਤਲਬ ਨੈਕਸਟ ਡੇ ਮੇਰੀ ਬਾਇਓਪਸੀ ਅਰੇਂਜ ਕਰਤੀ। ਸੋ ਬਾਇਓਪਸੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਉਹ ਇੱਕ ਨੀਡਲ ਦੇ ਨਾਲ ਥੋੜਾ ਜਿਹਾ ਕੱਟ ਪਾ ਕੇ ਅੰਦਰੋਂ ਮਾਸ ਤੁਹਾਡਾ ਬਾਹਰ ਕੱਢਦੇ ਨੇ ਔਰ ਮੈਂ ਵੀ ਪਰੇ ਹੋਈ ਸੀ, ਲਾਈਕ ਬੱਚੇ ਸਾਡੇ ਨਾਲ ਬੈਠੇ ਸੀ ਕਾਰ ਦੇ ਵਿੱਚ ਹਨਾ। ਸੋ ਬਹੁਤ ਹੀ ਉਹ ਮਤਲਬ ਬਹੁਤ ਦੁੱਖ ਦੀ ਘੜੀ ਸੀ ਜਿਹਨੂੰ ਅਸੀਂ ਚਾਹੁੰਦੇ ਹੈ ਵੀ ਸ਼ੇਅਰ ਨਹੀਂ ਸੀ ਕਰ ਪਾ ਰਹੇ। ਤੇ ਫਿਰ ਜਦ ਮੈਂ ਹਸਪੀਟਲ ਗਈ ਹਾਂ, ਜਦੋਂ ਮੇਰੀ ਡਾਕਟਰ ਆਈ ਹੈ ਤੇ ਉਹਨਾਂ ਨੇ ਵੀ 2-3 ਜਣੇ ਉਹ ਇਕੱਠੇ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਕੋਈ ਆਪਣੀ ਫੈਮਿਲੀ ਦਾ ਸਪੋਰਟ ਸਿਸਟਮ ਚਾਹੀਦਾ ਹੈਗਾ ਨਾਲ, ਕਿ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ। ਆਈ ਸੈਡ ਕਿ ਨਹੀਂ, ਤੁਸੀਂ ਜਸਟ ਗੋ ਹੈਡ ਹੈ ਨਾ, ਸੀ ਮੈਂ ਆਮ ਸਟਰੋਂਗ ਇਨਫ। ਸੋ ਉਹਨਾਂ ਨੇ ਮੈਨੂੰ ਬਿਲਕੁਲ ਮੇਰੇ ਫੇਸ ਤੇ ਦੱਸਤਾ ਕਿ ਤੁਹਾਨੂੰ ਇਸ ਤਰੀਕੇ ਨਾਲ ਬ੍ਰੈਸਟ ਕੈਂਸਰ ਹੈਗਾ, $2000 ਤੱਕ ਦਾ ਵੀ ਹੈਗਾ, ਉਹ ਤੁਹਾਨੂੰ ਹਰ ਕੀਮੋ ਤੋਂ ਬਾਅਦ ਲੱਗਣਾ। ਕਿੰਨੇ ਲੱਗਦੇ ਹੋ ਫਿਰ? ਜਿੱਦਾਂ ਮੇਰੀਆਂ 8 ਕੀਮੋ ਹੋਈਆਂ ਸੀ ਤੇ ਮੈਨੂੰ 8 ਇੰਜੈਕਸ਼ਨ ਲੱਗੇ। ਉਹ ਤੁਹਾਡੇ ਕਵਰ ਬਿਲਕੁਲ ਨਹੀਂ ਹੈਗੇ ਹੈਲਥ ਕਾਰਡ ਦੇ ਵਿੱਚ। ਓਕੇ ਔਰ ਲਾਈਕ ਯੂ ਨੋ, ਔਰ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਮੇਰੇ ਬੱਚੇ ਨੇ ਮੈਨੂੰ ਪੁੱਛ ਰਹੇ ਨੇ ਜਾਂ ਮੇਰੇ ਹਸਬੈਂਡ ਮੈਨੂੰ ਪੁੱਛ ਰਹੇ ਨੇ। ਮੈਨੂੰ ਕੁਛ ਨਹੀਂ ਸੀ, ਮੈਨੂੰ 3-4 ਦਿਨ ਤੱਕ ਬਿਲਕੁਲ ਹੋਸ਼ ਨਹੀਂ ਸੀ ਹੁੰਦਾ। ਫਿਰ ਉਦੋਂ ਥੋੜਾ ਮੈਨੂੰ ਹੋਸ਼ ਆਉਣਾ। ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਡੀਆ ਦੇ ਵਿੱਚ ਆਪਾਂ ਪੰਜਾਬ ਦੇ ਅਕਸਰ ਵੀਡੀਓ ਦੇਖਦੇ ਹਾਂ ਜਿਹੜੇ ਕੈਂਸਰ ਪੀੜਤ ਸੀ, ਜਾਂ ਜਿਹੜੇ ਏਰੀਏ ਤੋਂ ਮੈਂ ਬਿਲੋਂਗ ਕਰਦਾ ਮਾਨਸਾ ਬਠਿੰਡਾ, ਉੱਥੋਂ ਇੱਕ ਕੈਂਸਰ ਟ੍ਰੇਨ ਵੀ ਚੱਲਦੀ ਸੀ ਤੇ ਹੱਬ ਕਹਿ ਸਕਦੇ ਹਾਂ ਕੈਂਸਰ ਦੀ। ਪਾਣੀ ਗੰਧਲੇ ਹੋ ਚੁੱਕੇ ਨੇ, ਪਰ ਜਦੋਂ ਆਪਾਂ ਕੈਨੇਡਾ ਵਰਗੇ ਮੁਲਕ ਦੀ ਗੱਲ ਕਰਦੇ ਹਾਂ ਤਾਂ ਇੱਥੇ ਕੈਂਸਰ ਬਾਰੇ ਆਪਣੀ ਕਮਿਊਨਿਟੀ 'ਚ ਜ਼ੀਰੋ ਅਵੇਅਰਨੈਸ ਆ ਤੇ ਆਪਾਂ ਕੋਈ ਸੁਣਦੇ ਵੀ ਨਹੀਂ ਆਸੇ ਪਾਸੇ ਤੋਂ ਵੀ ਕਿਸੇ ਨੂੰ ਕੈਂਸਰ ਹੋਇਆ। ਜਿਨ੍ਹਾਂ ਨੂੰ ਹੋਇਆ ਉਹ ਚੁੱਪ ਚਪੀਤੇ ਆ। ਸੋ ਕਈ ਦਿਨ ਪਹਿਲਾਂ ਇੱਕ ਭੈਣ ਨੇ ਮੈਨੂੰ, ਪਰਮ ਬੋਰਾ ਨੇ ਮੈਨੂੰ ਅਪਰੋਚ ਕੀਤੀ ਕਿ ਮੈਂ ਬ੍ਰੈਸਟ ਕੈਂਸਰ ਤੋਂ ਪੀੜਤ ਸੀ ਤੇ ਮੈਂ ਸਰਵਾਈਵ ਕੀਤਾ ਤੇ ਉਹਨਾਂ ਦੀ ਜਰਨੀ ਆਪਾਂ ਤੁਹਾਨੂੰ ਸੁਣਾਉਣੀ ਆ ਵੀ ਕੀ ਕੁਛ ਉਹਨਾਂ ਨੇ ਸਫ਼ਰ ਕੀਤਾ ਤੇ ਆਪਣੀ ਕਮਿਊਨਿਟੀ 'ਚ ਇਸ ਬਾਰੇ ਨੌਲੇਜ ਕਿਉਂ ਨਹੀਂ ਹੈਗੀ। ਜੇ ਆਪਾਂ ਬ੍ਰੈਸਟ ਕੈਂਸਰ ਦੀ ਗੱਲ ਕਰੀਏ ਜਾਂ ਬਾਕੀ ਬਲੱਡ ਕੈਂਸਰ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਆਪਾਂ ਨਾਂ ਨਹੀਂ ਲੈਂਦੇ, ਆਪਾਂ ਇਹਨੂੰ ਦੂਜਾ ਕਹਿੰਦੇ ਆ ਵੀ ਦੂਜਾ ਹੋ ਗਿਆ। ਮੇਰਾ ਜ਼ਿਲ੍ਹਾ ਮਾਨਸਾ ਨਾ, ਆਪਣੇ ਪਿੰਡਾਂ 'ਚ ਅਸੀਂ ਅਕਸਰ ਸੁਣਦੇ ਹਾਂ ਕਿ ਸਾਡੇ ਵਾਲੇ ਪਾਸੇ ਕੈਂਸਰ ਜ਼ਿਆਦਾ, ਤਾਂ ਅਸੀਂ ਕਹਿ ਦਿੰਦੇ ਹਾਂ ਵੀ ਦੂਜਾ ਹੋ ਗਿਆ। ਅਸੀਂ ਨਾਮ ਵੀ ਨਹੀਂ ਲੈਣਾ ਚਾਹੁੰਦੇ। ਬਹੁਤ ਮੇਰੀਆਂ ਭੈਣਾਂ, ਕਿਉਂਕਿ ਹੋਣਾ ਤਾਂ ਕਿਸੇ ਨੂੰ ਵੀ ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਹਰ ਇੱਕ ਨੂੰ ਹੋਵੇ, ਕਿਸੇ ਨੂੰ ਨਾ ਹੋਵੇ, ਪਰ ਕੁਛ ਕੁ ਸ਼ਾਇਦ ਇਹਦੇ ਲੱਛਣ ਨੇ, ਕੁਛ ਕੁ ਇਹਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਅਵੋਇਡ ਕਰ ਸਕਦੇ ਹਾਂ, ਜਾਂ ਬਹੁਤ ਹੋਰ ਗੱਲਾਂ ਨੇ। ਆਪਾਂ ਭੈਣ ਨਾਲ ਗੱਲਬਾਤ ਕਰਾਂਗੇ, ਉਹਨਾਂ ਦਾ ਸਫ਼ਰ ਕਿਵੇਂ ਦਾ ਰਿਹਾ ਹਸਪੀਟਲ ਦੇ ਵਿੱਚ, ਕੀ ਕੁਛ ਉਹਨਾਂ ਨੇ ਫੇਸ ਕੀਤਾ ਤੇ ਕਿੱਦਾਂ ਇਲਾਜ ਕਰਾਇਆ ਤੇ ਹੁਣ ਜ਼ਿੰਦਗੀ ਕਿਵੇਂ ਦੀ ਆ, ਕਿਉਂਕਿ ਇਸ ਚੀਜ਼ ਤੋਂ ਮਤਲਬ ਕਿ ਨਿਕਲ ਚੁੱਕੇ ਨੇ। ਪਰ ਉਹ ਚਾਹੁੰਦੇ ਨੇ ਵੀ ਮੇਰੀਆਂ ਜਿਹੜੀਆਂ ਹੋਰ ਇੱਥੇ ਸਟੂਡੈਂਟ ਕੁੜੀਆਂ ਨੇ, ਭੈਣਾਂ ਨੇ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇ ਵੀ ਇਸ ਚੀਜ਼ ਦੇ ਲੱਛਣ ਕੀ ਪਾਏ ਜਾਂਦੇ ਨੇ। ਸੋ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਸਾਰੀ ਗੱਲਬਾਤ ਸੁਣਿਓ, ਕਿਹੜੀ ਇੰਸ਼ੋਰੈਂਸ ਕਵਰ ਕਰਦੀ ਹੈ ਇਹ ਜਿਹੇ ਰੋਗਾਂ ਨੂੰ, ਤੇ ਹੋਰ ਕਾਫੀ ਗੱਲਾਂ ਤੁਸੀਂ ਸਿੱਖੋਗੇ। ਸੋ ਆਸ ਕਰਦਾ ਵੀਡੀਓ ਪੂਰੀ ਦੇਖੋਗੇ ਤੇ ਕੁਛ ਨਾ ਕੁਛ ਆਪਦੇ ਪੱਲੇ ਬਣ ਕੇ ਜਾਓਗੇ। ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਪਰਮਬੋਰਾ ਜੀ, ਤੁਸੀਂ, ਮੈਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਮੈਨੂੰ ਹੀ ਅਪਰੋਚ ਕਿਉਂ ਕੀਤੀ? ਮੈਂ ਅਪਰੋਚ ਟੂ ਬੀ ਵੈਰੀ ਓਨੈਸਟ ਮੈਂ ਸਭ ਨੂੰ ਕੀਤੀ ਸੀ, ਕਿਉਂਕਿ ਜਿਹੜਾ ਅਕਤੂਬਰ ਹੈਗਾ ਉਹ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਹੈਗਾ ਤੇ ਮੈਂ ਜਿੰਨੇ ਵੀ ਤੁਹਾਡੇ ਰਿਨੋਨਡ ਯੂਟਿਊਬਰਸ ਨੇ, ਤੁਸੀਂ ਸਭ ਦੇ ਨਾਮ ਲੈ ਲਓ, ਮੈਂ ਸਭ ਨੂੰ ਕੰਟੈਕਟ ਕੀਤਾ ਔਰ ਤੁਸੀਂ ਯਕੀਨ ਮੰਨਿਓ ਮੈਨੂੰ ਕਿਸੇ ਨੇ ਰਿਪਲਾਈ ਬੈਕ ਨਹੀਂ ਦਿੱਤਾ। ਸਿਰਫ ਤੁਸੀਂ ਸੀਗੇ ਜਿਨ੍ਹਾਂ ਨੇ ਮੈਨੂੰ, ਜਿਸ ਦਿਨ ਮੈਂ ਤੁਹਾਨੂੰ ਕੰਟੈਕਟ ਕੀਤਾ ਸੇਮ ਡੇ ਤੁਸੀਂ ਮੈਨੂੰ ਰਿਪਲਾਈ ਬੈਕ ਕੀਤਾ। ਸੋ ਲੇਕਿਨ ਤੁਹਾਡੇ ਤੋਂ ਇਲਾਵਾ ਮੈਨੂੰ ਕਿਸੇ ਨੇ ਰਿਪਲਾਈ ਬੈਕ ਨਹੀਂ ਕੀਤਾ। ਮੈਨੂੰ ਨਹੀਂ ਪਤਾ ਉਹਨਾਂ ਦੀਆਂ ਕਿਆ ਮਜਬੂਰੀਆਂ ਨੇ, ਬਟ ਮੈਨੂੰ ਜੋ ਲੱਗਦਾ ਹੈਗਾ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆਉਂਦੇ ਹੋ ਜਾਂ ਤੁਹਾਨੂੰ ਇੰਨੇ ਸਾਰੇ ਲੋਕ ਦੇਖਦੇ ਨੇ ਤਾਂ ਤੁਹਾਡੀ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਵੀ ਬਣ ਜਾਂਦੀ ਹੈਗੀ ਹੈ ਕਿ ਕੋਈ ਤੁਹਾਨੂੰ ਕੋਈ ਐਸੀ ਚੀਜ਼ ਹੈਗੀ ਕਿ ਜਿਹੜੀ ਤੁਸੀਂ ਕਮਿਊਨਿਟੀ ਨੂੰ ਦੱਸੋ, ਉਹਨਾਂ ਨਾਲ ਸ਼ੇਅਰ ਕਰੋ, ਅਵੇਅਰ ਕਰੋ ਉਹਨਾਂ ਨੂੰ, ਤਾਂ ਕਿ ਕਮਿਊਨਿਟੀ ਦਾ ਵੀ ਕੋਈ ਫਾਇਦਾ ਹੋ ਸਕੇ। ਇਹ ਨਹੀਂ ਹੈਗਾ ਵੀ ਤੁਸੀਂ ਆਏ, ਤੁਸੀਂ ਆਪਣੇ ਹਿਸਾਬ ਨਾਲ ਵੀਡੀਓ ਬਣਾਈ, ਤੁਸੀਂ ਵਿਊਜ਼ ਲਏ ਤੇ ਤੁਸੀਂ ਚਲੇ ਗਏ। ਨਹੀਂ ਬਿਲਕੁਲ ਚਲੋ ਬਿਜੀ ਹੋ ਸਕਦੇ ਨੇ, ਪਰ ਮੇਰਾ ਹੁੰਦਾ ਵੀ ਮੈਨੂੰ ਤਾਂ ਰਿਪਲਾਈ ਕਰਨਾ ਹੀ ਪੈਂਦਾ। ਇਹ ਮੇਰੀ ਪਹਿਲੀ, ਲੋਕ ਮੈਨੂੰ ਤਾਂ ਹੀ ਦੇਖਦੇ ਆ ਵੀ ਮੈਂ ਰਿਪਲਾਈ ਕਰ ਦਿੰਦਾ। ਹੁਣ ਮੈਂ ਕਿਹਾ ਵੀ ਟੀਮ ਵੀ ਹਾਇਰ ਕਰ ਲੂੰ ਮੈਂ 10-15 ਬੰਦਿਆਂ ਦੀ, ਪਰ ਮੈਂ ਰਿਪਲਾਈ ਕਰਦਾ ਹੀ ਰਹਿਣਾ ਸਾਰੀ ਉਮਰ। ਨਹੀਂ ਬਹੁਤ ਐਪਰੀਸ਼ੀਏਬਲ, ਬਹੁਤ ਜ਼ਿਆਦਾ ਐਪਰੀਸ਼ੀਏਬਲ। ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ। ਸਭ ਤੋਂ ਪਹਿਲਾਂ ਤੁਸੀਂ ਇਹਦੇ ਬੈਕਗ੍ਰਾਉਂਡ ਬਾਰੇ ਦੱਸੋ, ਤੁਸੀਂ ਕਿਹੜਾ ਇਲਾਕਾ ਤੁਹਾਡਾ ਪੰਜਾਬ ਤੋਂ? ਮੈਂ ਜੀ ਬਠਿੰਡਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ, ਪੰਜਾਬ ਤੋਂ। ਓਕੇ ਚਲੋ ਜੀ, ਆਪਣੇ ਏਰੀਏ ਦੇ ਨੇ। ਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਫਿਰ ਕਿਹੜੇ ਸਾਲਾਂ 'ਚ ਆਏ?
ਆਪਾਂ ਕੈਨੇਡਾ ਆਏ ਸੀ ਆਲਮੋਸਟ 2005 ਦੇ ਸਟਾਰਟ ਚ ਆ ਗਏ ਸੀ ਆਪਾਂ। ਓਕੇ ਓਕੇ ਓਕੇ। ਸੋ ਖਾਸ ਕਰਕੇ ਮੇਰਾ ਜਿਹੜਾ ਮਕਸਦ ਵੀਡੀਓ ਬਣਾਉਣ ਦਾ, ਆਪਾਂ ਜਿਹੜਾ ਟੌਪਿਕ ਤੇ ਗੱਲ ਕਰਨੀ ਆ, ਤੁਹਾਨੂੰ ਬ੍ਰੈਸਟ ਕੈਂਸਰ ਨਾਲ ਤੁਸੀਂ ਪੀੜਤ ਸੀਗੇ, ਤੇ ਤੁਸੀਂ ਕਦੋਂ ਇਹ ਚੀਜ਼ ਫੀਲ ਕੀਤੀ ਵੀ ਮੈਨੂੰ ਇਹ ਚੀਜ਼ ਮਹਿਸੂਸ ਆ, ਕੋਈ ਤਕਲੀਫ ਹੁੰਦੀ ਸੀ, ਕੋਈ ਦਰਦ ਹੁੰਦਾ ਸੀ, ਜਾਂ ਕਿਸ ਤਰੀਕੇ ਨਾਲ ਤੁਹਾਨੂੰ ਕੀ ਫੀਲ ਹੁੰਦਾ ਸੀਗਾ? ਐਕਚੁਅਲੀ ਬਹੁਤ ਸ਼ੌਕਿੰਗ ਗੱਲ ਹੈਗੀ ਹੈ, ਕਿਉਂਕਿ ਮੈਂ ਕਾਫੀ ਅਵੇਅਰਡ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਸੋ ਮੈਡੀਕਲ ਪ੍ਰੋਫੈਸ਼ਨ ਵਿੱਚ ਨੇ ਮੇਰੀ ਫੈਮਿਲੀ ਹੈ ਜਿਹੜੀ, ਸੋ ਉਸ ਕਰਕੇ ਮੈਂ ਰੈਗੂਲਰ ਇਸ ਚੀਜ਼ ਨੂੰ ਹਮੇਸ਼ਾ ਚੈੱਕ ਕਰਦੀ ਰਹਿੰਦੀ ਸੀਗੀ, ਐਟ ਹੋਮ ਵੀ, ਡਾਕਟਰ ਆਫਿਸ ਜਾਣਾ ਉਦੋਂ ਵੀ, ਲੇਕਿਨ ਹੋਇਆ ਐਵਰੀਥਿੰਗ ਵਾਸ ਨਾਰਮਲ। ਲੇਕਿਨ ਜਦ ਮੈਂ ਆਪਣੀ ਸੈਕਿੰਡ ਕੋਵਿਡ ਦੀ ਵੈਕਸੀਨੇਸ਼ਨ ਲਈ, ਸੋ ਉਸ ਤੋਂ 2 ਵੀਕਸ ਬਾਅਦ ਸਡਨਲੀ ਸਮਥਿੰਗ ਪੌਪ ਅਪ ਹੋ ਗਿਆ। ਸੋ ਹੁੰਦਾ ਕਿ ਜਿੱਦਾਂ ਤੁਸੀਂ ਮਤਲਬ ਤੁਹਾਡਾ ਹੱਥ ਲੱਗ ਗਿਆ, ਜਾਂ ਤੁਸੀਂ ਚਾਹ ਪੀ ਰਹੇ ਹੋ, ਮਾਰਨਿੰਗ ਮੇਰੇ ਹੱਥ ਲੱਗ ਗਿਆ ਸੀ, ਵਾਟ ਇਜ਼ ਦਿਸ, ਕਿ ਕੱਲ ਤਾਂ ਕੁਝ ਵੀ ਨਹੀਂ ਸੀਗਾ। ਸੋ ਇਮੀਡੀਏਟਲੀ ਮੈਂ ਆਪਣੇ ਸੇਮ ਟਾਈਮ ਮੈਂ ਆਪਣੇ ਡਾਕਟਰ ਨੂੰ ਕੰਸਲਟ ਕੀਤਾ, ਤੇ ਉਹਨਾਂ ਨੇ ਵੀ, ਉਹ ਵੀ ਮਤਲਬ ਥੈਂਕਸ ਟੂ ਹਿਮ ਕਿ ਉਹਨਾਂ ਨੇ ਇਮੀਡੀਏਟਲੀ ਸੇਮ ਡੇ ਮੇਰਾ ਅਲਟਰਾਸਾਊਂਡ ਅਰੇਂਜ ਕਰਾਇਆ। ਅਲਟਰਾਸਾਊਂਡ ਸੇਮ ਡੇ ਹੋ ਕੇ ਸੇਮ ਡੇ ਮੈਨੂੰ ਰਿਪੋਰਟ ਮਿਲੀ, ਤੇ ਉਹਦੇ ਵਿੱਚ 2 ਨੋਡਿਊਲਸ ਆ ਗਈਆਂ। ਐਂਡ ਜੋ ਕਲੈਕਟਿਵਲੀ ਉਹਨਾਂ ਦਾ ਜਿਹੜਾ ਸਾਈਜ਼ ਸੀਗਾ ਨੋਡਿਊਲਸ ਦਾ, ਉਹ ਤੁਸੀਂ ਕਹਿ ਲਓ ਕਿ ਸਮਾਲ, ਜਿਹੜੀ ਟੈਨਿਸ ਬਾਲ ਹੁੰਦੀ ਹੈ ਜਿਹੜੀ ਛੋਟੀ ਬੱਚੇ ਪਲੇ ਕਰਦੇ ਨੇ, ਉਹ ਉਸ ਸਾਈਜ਼ ਦਾ ਸੀਗਾ। ਜਿੱਦਾਂ ਗੰਢ ਹੋਈ, ਜਿੱਦਾਂ ਗੰਢ ਮਹਿਸੂਸ ਹੋਈ ਤੁਹਾਨੂੰ? ਹਾਂਜੀ, ਮੈਨੂੰ ਹਾਰਡ ਕੁਝ ਮਤਲਬ ਮੈਂ ਟਿਊਮਰ ਟਾਈਪ ਕੁਝ ਮਹਿਸੂਸ ਹੋਇਆ ਮੈਨੂੰ। ਓਕੇ। ਸੋ ਇੱਕ ਮੈਨੂੰ ਇੱਥੇ ਗੱਲ ਇਹ ਵੀ ਪੁੱਛਣਾ ਚਾਹੁੰਦਾ, ਕਈ ਜਿੱਦਾਂ ਮੇਰੀ ਮੰਮੀ ਦੇ ਨਾ ਇਦਾਂ ਗੰਢਾਂ ਨੇ ਜਿਵੇਂ ਬਾਹਾਂ ਦੇ ਵਿੱਚ, ਇਹ ਜ਼ਰੂਰੀ ਤਾਂ ਨਹੀਂ ਵੀ ਗੰਢ ਤੋਂ ਹੀ ਬਣਦਾ, ਜਾਂ ਇਹ ਕਿਸੇ ਨੂੰ ਵੀ ਕੋਈ ਪਹਿਲੇ ਸਿਮਟਮ ਗੰਢਾਂ ਹੀ ਹੁੰਦੀਆਂ ਨੇ, ਜਾਂ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ? ਨਹੀਂ, ਜਿੱਥੋਂ ਤੱਕ ਤਾਂ ਆਪਾਂ ਬ੍ਰੈਸਟ ਕੈਂਸਰ ਦੀ ਗੱਲ ਕਰਦੇ ਆ ਹਨਾ, ਤੇ ਉਹ ਤੁਹਾਡੇ ਗੰਢ ਹੀ ਬਣੇਗੀ, ਉਹ ਕੋਈ ਨਾ ਕੋਈ ਨੋਡ ਹੀ ਹੋਏਗੀ, ਕਿਉਂਕਿ ਜੇ ਬਲੱਡ ਕੈਂਸਰ ਆ ਜਾਂ ਕੋਈ ਹੋਰ ਕੈਂਸਰ ਆ, ਉਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ। ਲੇਕਿਨ ਜਿਹੜਾ ਬ੍ਰੈਸਟ ਕੈਂਸਰ ਹੁੰਦਾ, ਉਹਦੇ ਵਿੱਚ ਤੁਹਾਡੇ ਗੰਢ ਹੀ ਬਣੇਗੀ। ਮਤਲਬ ਸਿੰਪਟਮਸ ਆਫ ਕੋਰਸ ਡਿਫਰੈਂਟ ਹੋ ਸਕਦੇ ਨੇ, ਲੇਕਿਨ ਜਦੋਂ ਐਂਡ ਜਿਹੜਾ ਪੁਆਇੰਟ ਹੈਗਾ, ਜਦੋਂ ਕੈਂਸਰ ਸ਼ੁਰੂ ਹੁੰਦਾ ਹੈਗਾ, ਤੇ ਉਹਨੇ ਗੰਢ ਹੀ ਬਣਨਾ ਹੈ। ਓਕੇ। ਸੋ ਬਹੁਤੀ ਮੇਰੀਆਂ ਭੈਣਾਂ ਸੁਣਦੀਆਂ ਹੋਣਗੀਆਂ ਹੁਣ, ਜਿੱਦਾਂ ਹੁਣ ਡਰਨ ਦੀ ਲੋੜ ਨਹੀਂ ਇਸ ਚੀਜ਼ ਨੂੰ ਸੁਣ ਕੇ, ਕਿਉਂਕਿ ਮੇਰੀ ਵਾਈਫ ਦੇ ਵੀ ਸੀਗੀਆਂ, ਪਰ ਉਹ ਟਾਈਮ ਦੇ ਨਾਲ ਖੁਰ ਗਈਆਂ। ਸੋ ਇਹ ਚੀਜ਼ਾਂ ਇਹ ਵੀ ਹੈ ਨਹੀਂ ਵੀ ਤੁਹਾਡੇ ਹੁਣ ਗੰਢ ਹੀ ਹੋਊ ਤਾਂ ਤੁਹਾਨੂੰ ਕੈਂਸਰ ਹੀ ਆ, ਇਦਾਂ ਦਾ ਕੁਝ ਨਹੀਂ ਹੁੰਦਾ ਵੀ ਹਾਂ। ਪਰ ਇਹ ਇੱਕ ਚੈੱਕ ਕਰਾਉਣ ਲਈ ਤੁਹਾਡਾ ਪਹਿਲਾ ਸਿਮਟਮ ਹੋ ਸਕਦਾ ਵੀ ਹਾਂ, ਤੁਸੀਂ ਇਹ ਚੀਜ਼ ਨੂੰ ਡਰੋ ਨਾ, ਡਾਕਟਰ ਨੂੰ ਚੈੱਕ ਕਰਾਇਓ। ਸੋ ਹੁਣ ਆਪਾਂ ਅੱਗੇ ਵੱਧਦੇ ਹਾਂ। ਉਹ ਤੋਂ ਬਾਅਦ ਜਦੋਂ ਤੁਹਾਨੂੰ ਇਹ ਫੀਲ ਹੋਇਆ, ਉਹ ਤੋਂ ਬਾਅਦ ਫਿਰ ਡਾਕਟਰ ਨੇ ਕਿਹਾ ਵੀ ਤੁਹਾਨੂੰ ਇਲਾਜ ਕਰਾਉਣਾ ਜਾਂ ਕੀ ਸ਼ੁਰੂ ਕਰਨਾ? ਨਹੀਂ, ਜਦੋਂ ਫਿਰ ਮੇਰਾ ਸੇਮ ਡੇ ਮੈਨੂੰ ਅਲਟਰਾਸਾਊਂਡ ਦੀ ਰਿਪੋਰਟ, ਕਿਉਂਕਿ ਕੁਛ ਅਗਰ ਮਤਲਬ ਇੱਦਾਂ ਦੀ ਕੋਈ ਚੀਜ਼ ਆਉਂਦੀ ਹੈ ਤਾਂ ਜਿਹੜੇ ਡਾਕਟਰਸ ਹੁੰਦੇ ਨੇ ਜਾਂ ਜਿਹੜੇ ਤੁਹਾਡੇ ਅਲਟਰਾਸਾਊਂਡ ਦੀ ਰਿਪੋਰਟ ਲਿਖਦੇ ਨੇ, ਉਹ ਇਮੀਡੀਏਟਲੀ ਤੁਹਾਨੂੰ ਕੰਟੈਕਟ ਕਰਦੇ ਨੇ। ਸੋ ਉਹਨਾਂ ਨੇ ਮੈਨੂੰ ਸੇਮ ਡੇ ਕੰਟੈਕਟ ਕੀਤਾ, ਤੇ ਬਸ ਨਾਲ ਦੀ ਨਾਲ ਇਹ ਸੀਗਾ ਕਿ ਨੈਕਸਟ ਡੇ ਆਪਾਂ ਜਿਹੜਾ ਰੈਫਰਲ ਸੀਗਾ ਉਹ ਪ੍ਰਿੰਸੈਸ ਮਾਰਗਰੇਟ ਕੈਂਸਰ ਹਸਪੀਟਲ 'ਚ ਲੈ ਲਿਆ ਸੀਗਾ। ਸੋ ਵੈਰੀ ਨੈਕਸਟ ਡੇ ਸੋ ਮੈਂ ਉੱਥੇ ਗਈ, ਉਹਨਾਂ ਨੇ ਮੈਨੂੰ ਸੇਮ ਡੇ ਬੁਲਾ ਲਿਆ, ਕਿਉਂਕਿ ਜਿਹੜਾ ਪ੍ਰਿੰਸੈਸ ਮਾਰਗਰੇਟ ਕੈਂਸਰ ਹਸਪੀਟਲ ਹੈਗਾ, ਉਹ ਵਰਲਡ ਦਾ 5th ਨੰਬਰ ਦਾ ਹਸਪੀਟਲ ਹੈਗਾ ਕੈਂਸਰ ਦਾ, ਟੀਚਿੰਗ ਹਸਪੀਟਲ ਹੈ, ਮਤਲਬ ਉੱਥੇ ਨਵੀਆਂ ਸਟੱਡੀਜ਼ ਵੀ ਆਉਂਦੀਆਂ ਨੇ। ਸੋ ਉਹਨਾਂ ਨੇ ਮੈਨੂੰ ਕਾਲ ਕੀਤੀ, ਤੇ ਉਹਨਾਂ ਦਾ ਇੱਕ ਰੈਪਿਡ ਡਾਇਗਨੋਸਟਿਕ ਸੈਂਟਰ ਹੈਗਾ। ਸੋ ਉੱਥੋਂ ਹੀ ਉਹਨਾਂ ਨੇ ਸੇਮ ਡੇ ਮੇਰੀ ਮਤਲਬ ਅਲਟਰਾਸਾਊਂਡ, ਸੇਮ ਡੇ ਮੈਮੋਗ੍ਰਾਮ, ਸਾਰਾ ਕੁਝ ਉਹਨਾਂ ਨੇ ਮਤਲਬ ਜੋ ਮੇਰੇ ਟੈਸਟ ਕਰ ਸਕਦੇ ਨੇ, ਉਹ ਇੱਕ ਦਿਨ ਦੇ ਅੰਦਰ ਉਹਨਾਂ ਨੇ ਸਾਰੇ ਕਰ ਲਏ। ਇਹਦਾ ਇੱਕ ਹੁਣ ਮੈਂ ਟੋਕਦਾ, ਇੱਕ ਤੁਸੀਂ ਫੈਮਿਲੀ ਥੋੜਾ ਬੜਾ ਬੈਕਗਰਾਉਂਡ ਇਹਨਾਂ ਦਾ ਨਾ, ਇਹ ਜਿੱਦਾਂ ਮੈਡੀਕਲ ਲਾਈਨ 'ਚ, ਜੇ ਹੁਣ ਆਪਾਂ ਪਿੰਡਾਂ 'ਚ ਆਪਾਂ ਹੁੰਦੇ ਆ ਮਾਤੜ ਬੰਦੇ, ਆਪਾਂ ਨਹੀਂ ਚੈੱਕ ਚੁੱਪ ਕਰਾਉਂਦੇ ਹੁੰਦੇ, ਜਿੱਦਾਂ ਹੁਣ ਹੋਰ ਵੀ ਨੇ। ਮੇਰਾ ਕਿਤੇ ਨਾ ਕਿਤੇ ਤੁਹਾਡੇ ਪਰਿਵਾਰ ਨੇ ਹੀ ਭੂਮਿਕਾ ਨਿਭਾਈ, ਤੁਹਾਨੂੰ ਵੀ ਇਸ ਚੀਜ਼ ਬਾਰੇ ਤੁਹਾਨੂੰ ਨੌਲੇਜ ਸੀਗੀ, ਪਹਿਲਾਂ ਤੁਸੀਂ ਅਵੇਅਰ ਸੀਗੇ? ਬਿਲਕੁਲ ਜੀ, ਬਿਲਕੁਲ। ਮੇਰੀ ਫੈਮਿਲੀ ਨੇ ਹੀ ਮੈਨੂੰ ਇਸ ਚੀਜ਼ ਦੇ ਵਿੱਚ ਮਤਲਬ ਹੈਲਪ ਆਊਟ ਕੀਤਾ, ਕਿਉਂਕਿ ਆਪਾਂ ਸੇਮ ਬੈਕਗਰਾਉਂਡ ਸੀ, ਤਾਂ ਥੋੜੇ ਅਵੇਅਰਨੈਸ ਚੀਜ਼ਾਂ ਦੇ ਬਾਰੇ ਜ਼ਿਆਦਾ ਰੱਖਦੇ ਸੀ, ਤੇ ਉਹ ਮਤਲਬ ਆਫ ਕੋਰਸ ਹੈਲਪ ਕੀਤੀ ਹੈ। ਓਕੇ। ਸੋ ਤੁਹਾਨੂੰ ਡਾਇਰੈਕਟਲੀ ਦੱਸਤਾ ਸੀ, ਕਿਉਂਕਿ ਇੱਥੋਂ ਡਾਕਟਰ, ਮੈਂ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੋਂ ਦੇ ਡਾਕਟਰ ਸਿੱਧੇ ਹੀ ਦੱਸ ਦਿੰਦੇ ਨੇ ਮੂੰਹ ਤੇ ਵੀ ਹਾਂ ਵੀ ਤੁਹਾਨੂੰ ਪ੍ਰੋਬਲਮ ਹੈਗੀ ਆ। ਇਹ ਆਪਣੇ ਇੰਡੀਆ ਵਾਲਿਆਂ ਵਾਂਗੂ ਨਹੀਂ ਹੈਗਾ ਵੀ ਪਹਿਲਾਂ ਪਰਿਵਾਰ ਨੂੰ ਦੱਸਣਾ। ਉਹ ਨਹੀਂ ਹਾਂਜੀ, ਇਹ ਤਾਂ ਸਿੱਧਾ ਹੀ ਹੈ ਨਾ ਜੀ, ਮੈਂ ਦੇਖਿਆ। ਨਹੀਂ ਹਾਂ, ਫਿਰ ਜਦੋਂ ਮੇਰਾ ਸਾਰੇ ਜਦੋਂ ਟੈਸਟ ਹੋਏ, ਤੇ ਉਹ ਜਿਹੜੇ ਫਿਰ ਡਾਕਟਰ ਨੇ ਜਦ ਦੇਖਿਆ ਕਿ ਹਾਂ ਆਫ ਕੋਰਸ ਉਹਤੇ 2 ਜਿਹੜੀਆਂ ਗੰਢਾਂ ਹੈਗੀਆਂ ਨੇ ਹਨਾ, ਜਾਂ 2 ਜਿਹੜੇ ਟਿਊਮਰਸ ਹੈਗੇ ਨੇ, ਤੇ ਉਹਨਾਂ ਦੇ ਨਾਲ ਦੀ ਨਾਲ ਮਤਲਬ ਨੈਕਸਟ ਡੇ ਮੇਰੀ ਬਾਇਓਪਸੀ ਅਰੇਂਜ ਕਰਤੀ। ਸੋ ਬਾਇਓਪਸੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਉਹ ਇੱਕ ਨੀਡਲ ਦੇ ਨਾਲ ਥੋੜਾ ਜਿਹਾ ਕੱਟ ਪਾ ਕੇ ਅੰਦਰੋਂ ਮਾਸ ਤੁਹਾਡਾ ਬਾਹਰ ਕੱਢਦੇ ਨੇ, ਤੇ ਫਿਰ ਉਹ ਲੈਬ ਦੇ ਵਿੱਚ ਜਾਂਦਾ, ਉਹਦੀ ਪੈਥੋਲੋਜੀ ਹੁੰਦੀ ਆ, ਮਤਲਬ ਉਹ ਦੇਖਦੇ ਨੇ ਕਿ ਇਹ ਜਿਹੜਾ ਮਾਸ ਹੈਗਾ ਕਿ ਇਹ ਕੈਂਸਰਸ ਹੈ ਕਿ ਇਹ ਨਾਨ ਕੈਂਸਰਸ ਹੈ। ਤੇ ਫਿਰ ਜਦੋਂ ਮੇਰੀ ਬਾਇਓਪਸੀ ਕੀਤੀ, ਤੇ ਉਹ ਫਿਰ ਕੈਂਸਰਸ ਨਿਕਲਿਆ, ਤੇ ਲੇਕਿਨ ਉਹਨਾਂ ਨੇ ਮਤਲਬ ਸੇਮ ਡੇ ਤੇ ਆਪਾਂ ਨੂੰ ਨਹੀਂ ਪਤਾ ਲੱਗਿਆ, ਬਟ ਨੈਕਸਟ ਡੇ ਉਹਨਾਂ ਨੇ ਸਾਨੂੰ ਕਾਲ ਕੀਤਾ ਹਸਪੀਟਲ। ਸੋ ਸਿਚੁਏਸ਼ਨ ਇਹ ਸੀਗੀ, ਹੁਣ ਤੇ ਖੈਰ ਮੈਂ ਮਤਲਬ ਉਸ ਚੀਜ਼ ਨੂੰ ਬਹੁਤ ਲਾਈਟਲੀ ਲੈ ਰਹੀ ਹਾਂ, ਬਟ ਉਸ ਟਾਈਮ ਬਹੁਤ
मतलब रियली हार्ड ਸੀਗਾ ਕਿਉਂਕਿ ਮੈਂ ਔਰ ਮੇਰੇ ਹਸਬੈਂਡ ਦੋਨੋਂ ਹਸਪੀਟਲ ਜਾ ਰਹੇ ਸੀਗੇ ਤੇ ਉਹਨਾਂ ਦਾ ਐਕਸੈਸ ਵੀ ਸੀਗਾ ਰਿਪੋਰਟ ਤੱਕ ਔਰ ਮੇਰਾ ਐਕਸੈਸ ਵੀ ਰਿਪੋਰਟ ਤੱਕ ਸੀਗਾ ਸੋ ਮੈਂ ਆਪਣੀ ਰਿਪੋਰਟ ਪਹਿਲਾਂ ਦੇਖ ਲਈ ਸੀਗੀ ਕਿ ਮੈਨੂੰ ਮਤਲਬ ਕਿ ਮੈਨੂੰ ਕੈਂਸਰ ਆ ਸੋ ਮੇਰੇ ਹਸਬੈਂਡ ਨੂੰ ਵੀ ਪਤਾ ਸੀਗਾ ਕਿ ਮਤਲਬ ਇਹਨਾਂ ਨੂੰ ਕੈਂਸਰ ਆ ਬਟ ਅਸੀਂ ਇੱਕ ਦੂਜੇ ਨੂੰ ਯੂ نو ਹੌਸਲਾ ਦਿੰਦੇ ਰਹੇ ਕਿ ਨਹੀਂ ਨਹੀਂ ਕੁਛ ਨਹੀਂ ਹੋਏਗਾ ਆਪਾਂ ਡਾਕਟਰ ਕੋਲ ਜਾਂਦੇ ਆ ਮਿਲਦੇ ਆ ਦੇਖਦੇ ਆ ਵੀ ਮਤਲਬ ਕਿ ਕੀ ਕਹਿੰਦਾ ਸੋ ਮਤਲਬ ਬਟ ਸਾਨੂੰ ਸਮਝ ਆ ਰਿਹਾ ਸੀਗਾ ਕਿ ਉਹ ਵੀ ਭਰੇ ਹੋਏ ਸੀ ਅੰਦਰੋਂ ਔਰ ਮੈਂ ਵੀ ਭਰੇ ਹੋਈ ਸੀ ਲਾਈਕ ਬੱਚੇ ਸਾਡੇ ਨਾਲ ਬੈਠੇ ਸੀ ਕਾਰ ਦੇ ਵਿੱਚ ਹਨਾ ਸੋ ਬਹੁਤ ਹੀ ਉਹ ਮਤਲਬ ਬਹੁਤ ਦੁੱਖ ਦੀ ਘੜੀ ਸੀ ਜਿਹਨੂੰ ਅਸੀਂ ਚਾਹੁੰਦੇ ਹੈ ਵੀ ਸ਼ੇਅਰ ਨਹੀਂ ਸੀ ਕਰ ਪਾ ਰਹੇ ਤੇ ਫਿਰ ਜਦ ਮੈਂ ਹਸਪੀਟਲ ਗਈ ਹਾਂ ਜਦੋਂ ਮੇਰੀ ਡਾਕਟਰ ਆਈ ਹੈ ਤੇ ਉਹਨਾਂ ਨੇ ਵੀ 2-3 ਜਣੇ ਉਹ ਇਕੱਠੇ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਕੋਈ ਆਪਣੀ ਫੈਮਿਲੀ ਦਾ ਸਪੋਰਟ ਸਿਸਟਮ ਚਾਹੀਦਾ ਹੈਗਾ ਨਾਲ ਕਿ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਆਈ ਸੈਡ ਕਿ ਨਹੀਂ ਤੁਸੀਂ ਜਸਟ ਗੋ ਹੈਡ ਹੈ ਨਾ ਸੀ ਮੈਂ ਆਮ ਸਟਰੋਂਗ ਇਨਫ ਸੋ ਉਹਨਾਂ ਨੇ ਮੈਨੂੰ ਮੇਰੇ ਫੇਸ ਤੇ ਦੱਸਤਾ ਕਿ ਤੁਹਾਨੂੰ ਇਸ ਤਰੀਕੇ ਨਾਲ ਬ੍ਰੈਸਟ ਕੈਂਸਰ ਹੈਗਾ ਤੇ ਜੋ ਇਸ ਟਾਈਮ ਇਹਦਾ ਸਾਈਜ਼ ਹੈਗਾ ਔਰ ਬਹੁਤ ਅਗਰੈਸਿਵ ਹੈਗਾ ਇਹ ਵਾਲਾ ਕੈਂਸਰ ਤੇ ਹੋ ਸਕਦਾ ਕਿ ਇਹਦੀ ਸਟੇਜ 2 ਵੀ ਹੋ ਸਕਦੀ ਹੈ ਇਹਦੀ ਸਟੇਜ 3 ਵੀ ਹੋ ਸਕਦੀ ਹੈ ਸੋ ਇਟ ਵਾਸ ਕਾਈਂਡ ਆਫ ਯੂ نو ਲਾਈਕ ਉਹ ਮੂਮੈਂਟ ਬਹੁਤ ਔਖਾ ਜੀ ਕਿਉਂਕਿ ਹੁਣ ਜਿਹੜੇ ਵੀਡੀਓ ਸੁਣ ਰਹੇ ਨੇ ਨਾ ਜਦ ਮੈਂ ਵੀ ਆ ਈਵਨ ਮੈਂ ਚਲੋ ਦਰਸ਼ਕ ਹੋ ਸਕਦਾ ਇਸ ਟਾਈਮ ਤੇ ਸੁਣਨ ਵਾਲਾ ਪਰ ਜਦੋਂ ਆਪਾਂ ਉਸ ਸਿਚੁਏਸ਼ਨ 'ਚ ਖੁਦ ਹੋਈਏ ਨਾ ਫੀਲ ਕਰਕੇ ਦੇਖੋ ਜੇ ਤੁਹਾਨੂੰ ਕਹਦੇ ਵੀ ਤੁਹਾਨੂੰ ਕੈਂਸਰ ਆ ਬੰਦਾ ਕਹਿੰਦਾ ਵੀ ਆਪਾਂ ਆਪਣੇ ਮਨ 'ਚ ਇਹ ਵੀ ਕੈਂਸਰ ਮਤਲਬ ਹੁਣ ਐਂਡ ਆਪਣਾ ਹੁਣ ਕੁਝ ਨਹੀਂ ਹੈਗਾ ਇੱਥੇ ਸੋ ਤੁਸੀਂ ਤੁਹਾਡੇ ਪਰਿਵਾਰ ਦਾ ਰਿਐਕਸ਼ਨ ਕੀ ਸੀ ਤੁਹਾਡੇ ਸੱਸ ਸਹੁਰਾ ਜਾਂ ਤੁਹਾਡੇ ਮੰਮੀ ਡੈਡੀ ਜਾਂ ਤੁਹਾਡੇ ਬੱਚਿਆਂ ਦਾ ਕੀ ਰਿਐਕਸ਼ਨ ਸੀ ਦੱਸੇ ਨਹੀਂ ਸੀ ਉਹਨਾਂ ਨੂੰ ਨਹੀਂ ਸਭ ਨੂੰ ਪਤਾ ਹੈ ਜੀ ਸਭ ਨੂੰ ਪਤਾ ਹੈ ਨਾ ਆਪਣੀ ਫੈਮਿਲੀ ਥੋੜੀ ਜਿਹੀ ਇਦਾਂ ਕਿ ਆਪਾਂ ਸਭ ਦੇ ਨਾਲ ਈਵਨ ਮੇਰੇ ਜਿਹੜੇ ਛੋਟੇ ਬੱਚੇ ਨੇ ਆਪਾਂ ਸਭ ਦੇ ਨਾਲ ਹਰ ਚੀਜ਼ ਘਰ ਦੇ ਵਿੱਚ ਡਿਸਕਸ ਕਰਦੇ ਹਾਂ ਨਾਰਮਲ ਵੀ ਸੋ ਜਦ ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਕੈਂਸਰ ਹੈਗਾ ਸੋ ਮੇਰਾ ਫਰਸਟ ਕੁਐਸਚਨ ਸੀਗਾ ਕਿ ਮੇਰੇ ਕੋਲ ਟਾਈਮ ਕਿੰਨਾ ਹੈਗਾ ਹਨਾ ਵੀ ਮੈਂ ਕਿੰਨਾ ਜੀ ਸਕਦੀ ਹਾਂ ਕਿਉਂਕਿ ਇੱਕਦਮ ਜਦ ਤੁਹਾਨੂੰ ਕੈਂਸਰ ਲੱਗਦਾ ਤਾਂ ਤੁਹਾਨੂੰ ਮਤਲਬ ਯਾਦ ਆਉਂਦੇ ਨੇ ਕਿ ਤੁਹਾਡੇ ਬੱਚੇ ਨੇ ਹਨਾ ਕਿ ਤੁਸੀਂ ਬੱਚਿਆਂ ਦੀ ਪਰਵਰਿਸ਼ ਕਰਨੀ ਹੈ ਮੇਰੇ ਬੱਚੇ ਬਹੁਤ ਛੋਟੇ ਨੇ ਸੋ ਮੈਂ ਸਿੰਪਲ ਕੁਐਸਚਨ ਪੁੱਛਿਆ ਕਿ ਵੀ ਮੇਰੇ ਕੋਲ ਟਾਈਮ ਕਿੰਨਾ ਤੁਸੀਂ ਮੈਨੂੰ ਟਾਈਮ ਦੱਸੋ ਹਨਾ ਸੋ ਫਿਰ ਦੈਨ ਦੇ ਸੈਡ ਕਿ ਨਹੀਂ ਆਪਾਂ ਟਾਈਮ ਹਜੇ ਨਹੀਂ ਦੱਸ ਸਕਦੇ ਕਿਉਂਕਿ ਆਪਾਂ ਨੂੰ ਜਦ ਤੱਕ ਡਿਟੇਲ ਨਹੀਂ ਪਤਾ ਲੱਗਦੀ ਫਿਰ ਮੇਰਾ ਸੈਕਿੰਡ ਕੁਐਸਚਨ ਸੀਗਾ ਕਿ ਤੁਸੀਂ ਮੇਰਾ ਟ੍ਰੀਟਮੈਂਟ ਦੱਸੋ ਕਿ ਮੇਰਾ ਟ੍ਰੀਟਮੈਂਟ ਤੁਸੀਂ ਜਲਦੀ ਤੋਂ ਜਲਦੀ ਜਿੰਨਾ ਸ਼ੁਰੂ ਕਰ ਸਕਦੇ ਹੋ ਤੁਸੀਂ ਇਹਨੂੰ ਸ਼ੁਰੂ ਕਰੋ ਕਿਉਂਕਿ ਮੇਰੇ ਬੱਚੇ ਨੇ ਮੈਨੂੰ ਪਲੀਜ਼ ਮੈਨੂੰ ਟ੍ਰੀਟ ਕਰੋ ਮੈਂ ਪੂਰੀ ਮਤਲਬ ਆਪਣੇ ਵੱਲੋਂ ਸਟਰੋਂਗਲੀ ਵਿਲ ਪਾਵਰ ਦੇ ਨਾਲ ਮੈਂ ਤੁਹਾਡਾ ਸਾਥ ਦਊਂਗੀ ਸੋ ਮੈਨੂੰ ਤੁਸੀਂ ਬਸ ਇੱਕ ਵਾਰੀ ਮੈਨੂੰ ਤੁਸੀਂ ਠੀਕ ਕਰ ਦੋਗੇ ਤਾਂ ਕਿ ਮੈਂ ਆਪਣੇ ਬੱਚੇ ਆਪ ਪਾਲ ਸਕਾਂ ਬਿਲਕੁਲ ਜੀ ਬਿਲਕੁਲ ਇੱਥੇ ਇੱਕ ਟ੍ਰੀਟਮੈਂਟ ਦੀ ਗੱਲ ਮੈਂ ਵੀ ਕਰਨਾ ਚਾਹੁੰਦਾ ਵੀ ਹੈਲਥ ਕਾਰਡ ਨੇ ਕਵਰ ਕੀਤਾ ਤੁਹਾਡਾ ਟ੍ਰੀਟਮੈਂਟ ਜਾਂ ਤੁਹਾਡੀ ਕੋਈ ਇੰਸ਼ੋਰੈਂਸ ਸੀਗੀ ਇੱਥੇ ਨਹੀਂ ਮੇਰਾ ਜਿਹੜਾ ਟ੍ਰੀਟਮੈਂਟ ਹੈਗਾ ਜਿਹੜਾ ਕੈਂਸਰ ਦਾ ਟ੍ਰੀਟਮੈਂਟ ਹੈਗਾ ਉਹ ਭਾਵੇਂ ਤੁਸੀਂ ਪ੍ਰਿੰਸੈਸ ਮਾਰਕੀਟ ਹਸਪੀਟਲ ਚਲੇ ਜਾਓ ਜਾਂ ਤੁਸੀਂ ਕਿਸੇ ਵੀ ਹੋਰ ਹਸਪੀਟਲ ਚਲੇ ਜਾਓ ਤੁਹਾਡਾ ਉਹੀ ਜਿਹੜਾ ਹੈਗਾ ਉਹੀ ਕਵਰ ਕਰਦਾ ਤੁਹਾਡਾ ਹੈਲਥ ਕਾਰਡ ਹੀ ਕਵਰ ਕਰਦਾ ਜਿਹੜੀ ਤੁਹਾਡੀ ਜਿੱਦਾਂ ਤੁਹਾਡੀ ਕੀਮੋ ਹੁੰਦੀ ਹੈ ਜਾਂ ਤੁਹਾਡੀ ਸਰਜਰੀ ਦੇ ਦੌਰਾਨ ਤੁਹਾਨੂੰ ਮੈਡੀਕੇਸ਼ਨਸ ਹੁੰਦੀਆਂ ਜਾਂ ਤੁਹਾਨੂੰ ਕੁਝ ਵੀ ਰਿਲੇਟਡ ਟੂ ਤੁਹਾਡੇ ਕੈਂਸਰ ਟ੍ਰੀਟਮੈਂਟ ਉਹ ਸਾਰਾ ਤੁਹਾਡਾ ਗਵਰਨਮੈਂਟ ਕਵਰ ਕਰਦੀ ਹੈ ਲੇਕਿਨ ਅਗਰ ਕੋਈ ਤੁਹਾਡੀ ਮੈਡੀਕੇਸ਼ਨ ਹੈ ਜਿੱਦਾਂ ਤੁਹਾਨੂੰ ਕੋਈ ਹਾਰਟ ਬਰਨਿੰਗ ਹੋ ਗਈ ਜਾਂ ਤੁਹਾਨੂੰ ਕੋਈ ਪੇਨ ਹੋ ਗਿਆ ਉਦਾਂ ਦੀਆਂ ਜਾਂ ਤੁਹਾਨੂੰ ਕੋਈ ਉਹਨਾਂ ਨੇ ਐਂਟੀਬਾਇਓਟਿਕਸ ਐਟ ਹੋਮ ਦਿੱਤੀਆਂ ਆਫਟਰ ਸਰਜਰੀ ਉਹ ਸਾਰੀਆਂ ਤੁਹਾਨੂੰ ਬਾਈ ਕਰਨੀਆਂ ਪੈਂਦੀਆਂ ਐਂਡ ਦੇयर ਇਜ਼ ਅਨਦਰ ਥਿੰਗ ਕਿ ਜਦੋਂ ਤੁਹਾਡੀ ਕੀਮੋ ਹੁੰਦੀ ਹੈ ਤਾਂ ਕੀਮੋ ਤੋਂ 2 ਦਿਨ ਬਾਅਦ ਤੁਹਾਨੂੰ ਇੱਕ ਇੰਜੈਕਸ਼ਨ ਲੱਗਦਾ ਹੈਗਾ ਤੁਹਾਡੀ ਪੇਟ ਦੇ ਅੰਦਰ ਕਿਉਂਕਿ ਜਿਹੜੀ ਕੀਮੋ ਹੁੰਦੀ ਹੈ ਉਹਦਾ ਪਰਪਸ ਹੁੰਦਾ ਹੈ ਮੈਡੀਸਨ ਦਾ ਕਿ ਜਿੰਨੇ ਵੀ ਤੁਹਾਡੇ ਸੈੱਲ ਬਾਡੀ ਦੇ ਵਿੱਚ ਗਰੋ ਕਰ ਰਹੇ ਨੇ ਉਹਨੇ ਉਹਨਾਂ ਸਭ ਨੂੰ ਗਰੋ ਕਰਨ ਤੋਂ ਰੋਕ ਦੇਣਾ ਮਤਲਬ ਕਾਈਂਡ ਆਫ ਮਾਰ ਦੇਣਾ ਉਹਨਾਂ ਨੂੰ ਹੈ ਨਾ ਤੇ ਉਹ ਕਿਉਂਕਿ ਕੀਮੋ ਨੂੰ ਨਹੀਂ ਪਤਾ ਵੀ ਕਿਹੜੇ ਸੈੱਲ ਕੈਂਸਰ ਦੇ ਨੇ ਤੇ ਕਿਹੜੇ ਸੈੱਲ ਹੈਲਦੀ ਨੇ ਤੇ ਉਹਨੇ ਸਾਰੇ ਤੁਹਾਡੇ ਸੈੱਲ ਖਤਮ ਕਰ ਦੇਣੇ ਤੇ ਜਿਹੜਾ ਫਿਰ ਉਹ ਨੀਡਲ ਤੁਹਾਨੂੰ 2 ਦਿਨ ਬਾਅਦ ਲੱਗਦੀ ਹੈ ਉਹਨੇ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਨਾਂ ਨੂੰ ਰਿਵਾਈਵ ਕਰਨਾ ਮਤਲਬ ਦੁਬਾਰਾ ਤੋਂ ਜ਼ਿੰਦਾ ਕਰਨਾ ਤੇ ਜਿਹੜਾ ਉਹ ਇੰਜੈਕਸ਼ਨ ਹੈਗਾ ਉਹ ਕੁਆਇਟ ਕਾਸਟਲੀ ਹੈਗਾ ਲਾਈਕ $1,400 to $1,600 $2,000 ਤੱਕ ਦਾ ਵੀ ਹੈਗਾ ਉਹ ਤੁਹਾਨੂੰ ਹਰ ਕੀਮੋ ਤੋਂ ਬਾਅਦ ਲੱਗਣਾ ਕਿੰਨੇ ਲੱਗਦੇ ਆ ਫਿਰ ਜਿੱਦਾਂ ਮੇਰੀਆਂ 8 ਕੀਮੋ ਹੋਈਆਂ ਸੀ ਤੇ ਮੈਨੂੰ 8 ਇੰਜੈਕਸ਼ਨ ਲੱਗੇ ਉਹ ਤੁਹਾਡੇ ਕਵਰ ਬਿਲਕੁਲ ਨਹੀਂ ਹੈਗੇ ਹੈਲਥ ਕਾਰਡ ਦੇ ਵਿੱਚ ਲੇਕਿਨ ਮਤਲਬ ਇਹ ਇੰਨੇ ਕਿਤੇ ਅੱਛੇ ਕੰਟਰੀ ਨੇ ਮਤਲਬ ਆਪਾਂ ਇੰਨੇ ਖੁਸ਼ਕਿਸਮਤ ਆ ਕਿ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਹੈਗੇ ਜਦੋਂ ਤੁਸੀਂ ਹਸਪੀਟਲ ਜਾਂਦੇ ਹੋ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਆਪਣੀ ਪਰਸਨਲ ਜਿਹੜੀਆਂ ਤੁਹਾਡੀਆਂ ਪ੍ਰਿਸਕ੍ਰਿਪਸ਼ਨ ਮੈਡੀਕਲ ਕਵਰ ਕਰਦੀ ਹੈ ਤਾਂ ਜਿਹੜਾ ਹਸਪੀਟਲ ਹੈਗਾ ਇੱਕ ਟ੍ਰਿਲੀਅਮ ਕਰਕੇ ਆਪਣਾ ਗਵਰਨਮੈਂਟ ਦਾ ਹੀ ਪ੍ਰੋਗਰਾਮ ਹੈਗਾ ਉਹਦੇ ਅੰਡਰ ਤੁਹਾਡਾ ਅਪਲਾਈ ਕਰਦੇ ਨੇ
ਜੇ ਤੁਸੀਂ ਸੇਮ ਲਾਈਕ ਇਨਕਮ ਦੇ ਵਿੱਚ ਆ ਜਾਂਦੇ ਹੋ ਤੇ ਤੁਹਾਨੂੰ ਟ੍ਰਿਲੀਅਨ ਤੁਹਾਡਾ ਕਵਰ ਕਰ ਦੇਗਾ। ਸਪੋਜ਼ ਕਰੋ ਤੁਹਾਡੀ ਇਨਕਮ ਉਸ ਤੋਂ ਥੋੜੀ ਜਿਹੀ ਵੀ ਲੈਟ ਅਸ ਸੇ ਜ਼ਿਆਦਾ ਹੈ, ਟ੍ਰਿਲੀਅਨ ਤੁਹਾਨੂੰ ਕਵਰ ਨਹੀਂ ਕਰਦਾ, ਤਾਂ ਤੁਹਾਨੂੰ ਫੇਰ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ, ਜਿਹੜੀਆਂ ਉਹ ਮੈਡੀਕੇਸ਼ਨਸ ਬਣਾਉਂਦੀਆਂ ਨੇ, ਜਿਹੜੀਆਂ ਕੰਪਨੀਆਂ ਉਹ ਨੀਡਲਸ ਨੂੰ ਪ੍ਰੋਡਕਸ਼ਨ ਕਰਦੀਆਂ ਨੇ, ਉਹਨਾਂ ਦੀ ਉਹ ਤੁਹਾਡੀ ਪੂਰੀ ਸਪੋਰਟ ਕਰਦੀਆਂ ਨੇ, ਔਰ ਉਹ ਤੁਹਾਨੂੰ ਜਿਹੜਾ ਇੰਜੈਕਸ਼ਨ ਹੁੰਦਾ ਉਹ ਫ੍ਰੀ ਆਫ ਕਾਸਟ ਦਿੰਦੀਆਂ। ਸੋ ਤੁਹਾਨੂੰ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਹਾਡਾ ਕੋਈ ਇੱਕ ਵੀ ਪੈਸਾ ਤੁਹਾਡੀ ਜੇਬ ਦੇ ਵਿੱਚੋਂ ਲੱਗੇਗਾ। ਹਾਂ, ਛੋਟੀ ਮੋਟੀ ਦਵਾਈ ਹੋ ਸਕਦੀ ਹੈ, ਜਿੱਦਾਂ ਤੁਸੀਂ ਮਾੜਾ ਮੋਟਾ ਕੋਈ ਐਡਵਿਲ ਲੈ ਲਈ ਜਾਂ ਕੋਈ ਪੇਨ ਕਿਲਰ ਲੈ ਲਿਆ, ਯਾ ਦੈਟਸ ਇਟ। ਤੁਹਾਨੂੰ ਉੱਥੋਂ ਡਾਕਟਰ ਨੇ ਕਹਿਤਾ ਵੀ ਹੁਣ ਚਲੋ ਹੋ ਗਿਆ, ਫਿਰ ਤੁਸੀਂ ਟ੍ਰੀਟਮੈਂਟ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਫਿਰ ਕੀ ਹੋਇਆ? ਸਭ ਤੋਂ ਪਹਿਲਾਂ ਤਾਂ ਜਦੋਂ ਮੈਨੂੰ ਡਾਕਟਰ ਨੇ ਦੱਸਿਆ, ਉਹਦੇ ਵਿੱਚ ਦਾ ਵੀ ਜਿਹੜਾ 20 ਦਿਨ ਦਾ ਸਫ਼ਰ ਸੀ ਉਹ ਕੁਆਇਟ ਐਕਸਟੈਂਸਿਵ ਸੀਗਾ, ਕਿਉਂਕਿ ਉਹਨਾਂ ਨੇ ਮੇਰੀ ਸਾਰੀ ਹਾਰਟ ਸਕੈਨਿੰਗ ਕੀਤੀ, ਉਹਨਾਂ ਨੇ ਮੇਰੀ ਪੂਰੀ ਬਾਡੀ ਦਾ MRI ਕੀਤਾ, ਉਹਨਾਂ ਨੇ ਮਤਲਬ ਸਾਰੇ ਮੇਰੇ ਆਰਗਨ ਚੈੱਕ ਕੀਤੇ, ਹੈ ਨਾ, ਲੀਵਰ ਤੋਂ ਲੈ ਕੇ ਹਰ ਚੀਜ਼, ਕਿ ਕਿਤੇ ਇਹ ਜਿਹੜਾ ਕੈਂਸਰ ਹੈਗਾ ਪੂਰੀ ਬਾਡੀ ਵਿੱਚ ਤੇ ਨਹੀਂ ਫੈਲਿਆ ਹੋਇਆ, ਕਿਤੇ ਇਹ ਬੋਨਸ ਦੇ ਵਿੱਚ ਤਾਂ ਨਹੀਂ ਫੈਲਿਆ। ਫਿਰ ਉਹਨਾਂ ਨੇ ਮੇਰੀ ਬੋਨ ਸਕੈਨਿੰਗ ਕੀਤੀ, ਉਹ ਤੁਹਾਡੀ ਬਾਡੀ ਦੇ ਅੰਦਰ ਕੋਈ ਨਿਊਕਲੀਅਰ ਮੈਡੀਕੇਸ਼ਨਸ ਪਾ ਕੇ ਤੁਹਾਡੀ ਮਤਲਬ ਹਰ ਚੀਜ਼ ਜੋ ਉਹ ਕਰ ਸਕਦੇ ਸੀ ਤੁਹਾਡੀ ਬਾਡੀ ਦੇ ਨਾਲ, ਉਹਨਾਂ ਨੇ ਹਰ ਚੀਜ਼ ਤੁਹਾਡੀ ਬਾਡੀ ਦੀ ਚੈੱਕ ਕੀਤੀ। ਤੇ ਜਦੋਂ ਉਹਨਾਂ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਇਹਨਾਂ ਦਾ ਹਾਰਟ ਵੀ ਠੀਕ ਹੈ, ਇਹਨਾਂ ਦਾ ਲਿਵਰ ਵੀ ਠੀਕ ਹੈ, ਇਹਨਾਂ ਦੀਆਂ ਬੋਨਸ ਵੀ ਠੀਕ ਨੇ, ਬਾਕੀ ਸਾਰਾ ਸਿਸਟਮ ਠੀਕ ਹੈਗਾ, ਬਲੱਡ ਵੀ ਠੀਕ ਹੈਗਾ, ਤਾਂ ਫਿਰ ਉਹਨਾਂ ਨੇ ਮੈਨੂੰ ਜਿਹੜਾ ਪਲਾਨ ਸੀਗਾ ਉਹ ਦਿੱਤਾ। ਉਹਨਾਂ ਨੇ ਮੈਨੂੰ ਕਿਹਾ ਕਿ ਪਹਿਲਾਂ ਤੁਹਾਡੀ ਕੀਮੋ ਹੋਏਗੀ, ਫਿਰ ਤੁਹਾਡੀ ਸਰਜਰੀ ਹੋਏਗੀ, ਤੇ ਫਿਰ ਉਸ ਤੋਂ ਬਾਅਦ ਤੁਹਾਡੀਆਂ ਰੇਡੀਏਸ਼ਨਸ ਹੋਣਗੀਆਂ। ਸੋ ਜਦੋਂ ਉਹਨਾਂ ਨੇ ਮੈਨੂੰ ਕੀਮੋ ਬਾਰੇ ਦੱਸਿਆ, ਕਿਉਂਕਿ ਕੀਮੋ ਇਸ ਟਾਈਮ ਜਿਹੜੀ ਵਰਲਡ ਦੀ ਕੋਈ ਵੀ ਮੈਡੀਕੇਸ਼ਨ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਖਤਰਨਾਕ ਦਵਾਈ ਹੁੰਦੀ ਹੈ ਕੀਮੋ, ਹੈ ਨਾ। ਟੀਕੇ ਹੁੰਦੇ ਨੇ ਕੋਈ ਜਿੱਦਾਂ? ਹਾਂਜੀ, ਉਹ ਜਿੱਦਾਂ ਮੈਨੂੰ ਕੀਮੋ ਮਿਲੀ ਸੀਗੀ ਤਾਂ ਇੱਕ ਤਾਂ ਤੁਹਾਨੂੰ IV ਦੇ ਥਰੂ ਲਾਉਂਦੇ ਨੇ, ਤੇ ਐਟ ਦਾ ਸੇਮ ਟਾਈਮ ਤੁਹਾਨੂੰ ਨੀਡਲਸ ਹੌਲੀ ਹੌਲੀ ਇੰਜੈਕਟ ਕਰਦੇ ਨੇ। ਸੋ ਮਤਲਬ ਲਿਕੁਇਡ ਹੀ ਹੁੰਦੀ ਹੈ ਜਿਹੜੀ ਤੁਹਾਡੀ ਅੰਦਰ ਜਾਂਦੀ ਹੈ ਬਾਡੀ ਦੇ ਅੰਦਰ। ਸੋ ਫਿਰ ਜਦੋਂ ਉਹਨਾਂ ਨੇ ਮੈਨੂੰ ਇਹ ਸਾਰਾ ਕੁਝ ਦੱਸਿਆ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਤੁਹਾਨੂੰ ਅਸੀਂ ਕੀਮੋ ਦੇਵਾਂਗੇ ਇਹਦੇ ਨਾਲ ਤੁਹਾਨੂੰ ਹੋਰ ਕੈਂਸਰ ਹੋ ਸਕਦੇ ਨੇ, ਮਤਲਬ ਹੋ ਸਕਦਾ ਤੁਹਾਨੂੰ ਬਲੱਡ ਕੈਂਸਰ ਹੋ ਸਕਦਾ ਤੁਹਾਨੂੰ ਲੀਵਰ ਦਾ ਕੈਂਸਰ ਹੋ ਸਕਦਾ ਤੁਹਾਨੂੰ ਬਾਡੀ 'ਚ ਕਿਤੇ ਵੀ ਕੋਈ ਵੀ ਕੈਂਸਰ ਹੋ ਸਕਦਾ। ਸੋ ਮੈਨੂੰ ਉਦੋਂ ਜਿਹੜਾ ਪਹਿਲਾ ਕੁਐਸਚਨ ਆਇਆ ਸੀ, ਮੈਨੂੰ ਆਪਣੇ ਦਿਮਾਗ 'ਚ ਇਹੀ ਆਇਆ ਸੀ ਕਿ ਮੈਂ ਕਿ ਨਹੀਂ ਵੀ ਰੱਬਾ, ਵੀ ਮੇਰੇ ਬੱਚੇ ਨੇ, ਦੇਖੋ ਮੈਂ ਅੱਜ ਵੀ ਮਰਨਾ, ਜਾਂ ਤਾਂ ਮੈਂ ਅੱਜ ਇਸ ਕੈਂਸਰ ਨਾਲ ਮਰ ਜਾ, ਜਾਂ ਮੈਂ ਕੀਮੋ ਕਰਾ ਕੇ ਹੁਣ ਸਰਵਾਈਵ ਕਰ ਲਾ, ਆਪਣੇ ਬੱਚੇ ਪਾਲ ਲਾ, ਤੇ ਬਾਅਦ ਵਿੱਚ ਮੈਨੂੰ ਦੂਜਾ ਕੈਂਸਰ ਹੋ ਜਾਏ ਤੇ ਮੈਂ ਉਹਦੇ ਨਾਲ ਮਰ ਜਾ। ਸੋ ਮੈਂ ਚੂਜ਼ ਕੀਤਾ ਕੀਮੋ, ਕਿ ਨਹੀਂ ਤੁਸੀਂ ਮੇਰੀ ਕੀਮੋ ਕਰੋ। ਓਕੇ ਜੀ। ਕਿੰਨਾ ਟਾਈਮ ਤੁਹਾਡੀ ਕੀਮੋ ਚੱਲੀ? ਕੀਮੋ ਮੇਰੀ ਚੱਲੀ 4 ਮੰਥਸ, ਕਿਉਂਕਿ ਬਾਈ ਵੀਕਲੀ ਮੈਨੂੰ ਕੀਮੋ ਦਿੰਦੇ ਸੀ, ਤੇ ਮੇਰੇ 8 ਸੈਸ਼ਨ ਸੀਗੇ। ਸੋ ਉਹ ਫਿਰ ਮੇਰੀ 4 ਮੰਥਸ ਤੱਕ ਮੇਰੀ ਕੀਮੋ ਚੱਲੀ। ਮੈਨੂੰ ਹਸਪੀਟਲ ਜਾਣਾ ਪੈਂਦਾ ਸੀ अर्ਲੀ ਮਾਰਨਿੰਗ, ਤੇ ਉਹ ਫਿਰ ਤੁਹਾਨੂੰ ਉੱਥੇ ਐਡਮਿਟ ਕਰਦੇ ਸੀ ਡੇ ਵਾਸਤੇ, ਹੈ ਨਾ। ਫਿਰ ਉਹ ਤੁਹਾਨੂੰ ਕੀਮੋ ਦਿੰਦੇ ਸੀ, ਫਿਰ ਤੁਹਾਨੂੰ ਚੈੱਕ ਕਰਦੇ ਸੀ ਕਿ ਜੇ ਤੁਸੀਂ ਠੀਕ ਹੈ ਤੇ ਫਿਰ ਤੁਹਾਨੂੰ ਘਰ ਭੇਜ ਦਿੰਦੇ ਸੀ। ਕੀਮੋ ਇਹ ਵੀ ਹੁੰਦਾ ਇੱਕ ਵੀ ਕੀਮੋ ਦੇ ਨਾਲ ਜਿੱਦਾਂ ਆਪਣੇ ਵਾਲ ਝੜ ਜਾਂਦੇ, ਰਾਈਟ, ਸਾਰੇ? ਹਾਂਜੀ, ਕੀਮੋ ਦੇ ਨਾਲ ਵਾਲ ਝੜ ਜਾਂਦੇ। ਤੁਸੀਂ ਦੇਖੋ ਮੇਰੇ ਵਾਲ ਮਤਲਬ ਬਟ ਹੁਣ ਤਾਂ ਵਾਪਸ ਆ ਗਏ, ਬਟ ਜਦੋਂ ਤੁਹਾਨੂੰ ਉਸ ਟਾਈਮ ਜੋ ਤੁਹਾਡੀ ਹਾਲਤ ਹੁੰਦੀ ਹੈ ਨਾ, ਉਹ ਕਹਿੰਦੇ ਨੇ ਨਾ ਵੀ ਜਿਹੜਾ ਬੰਦਾ ਮੌਤ ਨੂੰ ਹੱਥ ਲਾ ਕੇ ਆਇਆ ਹੋਵੇ ਤਾਂ ਉਹਨੂੰ ਲੱਗਦਾ ਕਿ ਨਾ ਮੈਨੂੰ ਵਾਲ ਚਾਹੀਦੇ ਨੇ, ਨਾ ਮੈਨੂੰ ਕੁਝ ਹੋਰ ਚਾਹੀਦਾ, ਤੁਸੀਂ ਮੈਨੂੰ ਹੋਰ ਕੋਈ ਵੀ ਬਿਮਾਰੀ ਮਾੜੀ ਮੋਟੀ ਦੇਣੀ ਆ ਦੇ ਦਿਓ, ਬਟ ਮੈਨੂੰ ਇਹਦੇ ਤੋਂ ਬਚਾਓ। ਓਕੇ, ਸੋ ਹਾਂਜੀ, ਕੀਮੋ ਦੇ ਦੌਰਾਨ ਤੁਸੀਂ ਫਿਜ਼ੀਕਲ ਐਕਟੀਵਿਟੀ ਕਰ ਸਕਦੇ ਸੀ ਆਪਦੇ ਕੰਮਕਾਰ ਜਾਂ ਹੋਰ ਕਿ ਨਹੀਂ? ਨਹੀਂ, ਮੇਰੀ ਹਾਲਤ ਕੁਝ ਇੰਨੀ ਕੁ ਖਰਾਬ ਸੀਗੀ ਕਿ ਜਦ ਆਪਾਂ ਕੀਮੋ ਕਰਾ ਕੇ ਘਰ ਵਾਪਸ ਆਉਂਦੇ ਸੀਗੇ, ਸੋ ਮੈਨੂੰ 3-4 ਦਿਨ ਤੱਕ ਮੈਨੂੰ ਹੋਸ਼ ਨਹੀਂ ਸੀ ਹੁੰਦਾ ਕਿ ਮੈਂ ਕਿੱਥੇ ਪਈ ਆ, ਜਾਂ ਮੇਰੇ ਆਲੇ ਦੁਆਲੇ ਕੀ ਹੋ ਰਿਹਾ। ਮੇਰੇ ਬੱਚੇ ਆਉਂਦੇ ਸੀਗੇ, ਮੈਨੂੰ ਆ ਕੇ ਮਤਲਬ ਹੱਕ ਕਰਦੇ ਸੀ, ਮੈਨੂੰ ਗੱਲਾਂ ਕਰਦੇ ਸੀ ਕਿ ਮਮ ਆਰ ਯੂ ਓਕੇ, ਔਰ ਲਾਈਕ ਔਰ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਮੇਰੇ ਬੱਚੇ ਨੇ ਮੈਨੂੰ ਪੁੱਛ ਰਹੇ ਨੇ, ਜਾਂ ਮੇਰੇ ਹਸਬੈਂਡ ਮੈਨੂੰ ਪੁੱਛ ਰਹੇ ਨੇ। ਮੈਨੂੰ ਕੁਛ ਨਹੀਂ ਸੀ, ਮੈਨੂੰ 3-4 ਦਿਨ ਤੱਕ ਬਿਲਕੁਲ ਹੋਸ਼ ਨਹੀਂ ਸੀ ਹੁੰਦਾ। ਫਿਰ ਉਦੋਂ ਥੋੜਾ ਮੈਨੂੰ ਹੋਸ਼ ਆਉਣਾ ਸ਼ੁਰੂ ਹੁੰਦਾ ਸੀ, ਤੇ ਇੰਨੇ ਨੂੰ ਫਿਰ ਮੇਰਾ ਮਤਲਬ ਬਾਈ ਵੀਕਲੀ ਮੇਰਾ ਬਲੱਡ ਵਰਕ ਵੀ ਹੁੰਦਾ ਸੀ। 1 ਹਫ਼ਤੇ ਬਾਅਦ ਮੇਰਾ ਬਲੱਡ ਵਰਕ ਹੋ ਜਾਣਾ, ਔਰ ਨਾਲ ਜਿੱਦਾਂ ਹੀ ਮੈਨੂੰ ਹੋਸ਼ ਆਉਂਦਾ ਉਸ ਤੋਂ 3-4 ਦਿਨ ਬਾਅਦ ਮੇਰਾ ਮਤਲਬ ਕੀਮੋ ਦਾ ਮੇਰਾ ਨੈਕਸਟ ਸੈਸ਼ਨ ਹੁੰਦਾ ਸੀਗਾ। ਓਕੇ, 4 ਮੰਥ ਤੋਂ ਬਾਅਦ ਕੀਮੋ ਤੋਂ ਬਾਅਦ ਫਿਰ ਉਹ ਤੋਂ ਅੱਗੇ ਕੀ ਹੋਇਆ? ਜਦੋਂ ਫਿਰ ਮੇਰੀ ਕੀਮੋ ਖਤਮ ਹੋ ਗਈ, ਐਕਚੁਅਲੀ ਮੇਰੀ ਕੀਮੋ 2 ਪਾਰਟਸ ਵਿੱਚ ਸੀਗੀ। 4 ਜਿਹੜੀਆਂ ਕੀਮੋ ਸੀਗੀਆਂ ਮੇਰੀਆਂ ਡਿਫਰੈਂਟ ਸੀਗੀਆਂ। ਨੈਕਸਟ 4 ਜਿਹੜੀਆਂ ਮੇਰੀਆਂ ਕੀਮੋ ਸੀਗੀਆਂ ਉਹ ਬਿਲਕੁਲ ਡਿਫਰੈਂਟ ਸੀਗੀਆਂ। ਜਿਹੜੀਆਂ ਲਾਸਟ 4 ਕੀਮੋ ਸੀਗੀਆਂ ਉਹ ਕਿਤੇ ਪਹਿਲੀਆਂ 4 ਕੀਮੋ ਨਾਲ ਵੀ ਕਾਫੀ ਜ਼ਿਆਦਾ ਮਤਲਬ ਖਤਰਨਾਕ ਸੀਗੀਆਂ। ਵੀ ਮੈਨੂੰ ਪੇਨ ਕਿਤੇ ਇੰਨਾ ਹੁੰਦਾ ਸੀ ਕਿ ਪੂਰੀ ਬਾਡੀ ਦੇ ਅੰਦਰ ਹੀ ਕਿ ਮੈਂ ਮਤਲਬ
ਬਹੁਤ ਰੋਂਦੀ ਹੁੰਦੀ ਸੀ ਹਨਾ, ਮਤਲਬ ਜਿੱਦਾਂ ਤੁਸੀਂ ਕਹਿ ਲਓ ਵੀ ਕਿ ਆਫ ਕੋਰਸ ਆਪਾਂ ਬੱਚੇ ਨੇ ਚੀਕਾਂ ਤੇ ਨਹੀਂ ਮਾਰ ਸਕਦੇ, ਲੇਕਿਨ ਮੈਂ ਬਹੁਤ ਰੋਂਦੀ ਹੁੰਦੀ ਸੀ, ਮੇਰੀ ਬਾਡੀ ਬਹੁਤ ਜ਼ਿਆਦਾ ਮੈਨੂੰ ਪੇਨ ਕਰਦੀ ਹੁੰਦੀ ਸੀ। ਮੈਂ ਸਾਰੀਆਂ ਮੈਡੀਕੇਸ਼ਨਸ ਲਈਆਂ ਬਟ ਫਿਰ ਵੀ ਮਤਲਬ ਕੋਈ ਵੀ ਮੈਡੀਕੇਸ਼ਨ ਦੇ ਨਾਲ ਉਹ ਜਿਹੜੀ ਪੇਨ ਸੀਗੀ ਉਹ ਖਤਮ ਨਹੀਂ ਸੀ ਹੁੰਦੀ। ਬਟ ਇਹ ਸੀਗਾ ਕਿ ਮੈਨੂੰ ਪਰਿਵਾਰ ਦਾ ਕਿਤੇ ਇੰਨਾ ਕੁ ਜ਼ਿਆਦਾ ਸਪੋਰਟ ਸੀਗਾ, ਲਾਈਕ ਮੇਰੇ ਹਸਬੈਂਡ ਨੇ, ਮੇਰੇ ਬੱਚੇ ਨੇ, ਫਿਰ ਮੇਰੇ ਇਨ-ਲॉज ਨੇ, ਫਿਰ ਮੇਰੇ ਪੇਰੈਂਟਸ ਨੇ, ਫਿਰ ਮੇਰਾ ਬ੍ਰਦਰ, ਮੇਰੇ ਭਾਬੀ ਜੀ, ਫਿਰ ਮੇਰੇ ਹਸਬੈਂਡ ਦੇ ਬ੍ਰਦਰ, ਉਹਨਾਂ ਦੇ ਭਾਬੀ ਜੀ, ਮਤਲਬ ਸਾਰਿਆਂ ਨੇ ਦਿਨ ਰਾਤ ਬੈਠ ਕੇ, ਮਤਲਬ ਹੁੰਦਾ ਨਾ ਕਿ ਤੁਸੀਂ ਪਰਮਾਤਮਾ ਦੇ ਚਰਨਾਂ 'ਚ ਹੀ ਬੈਠੇ ਰਹੇ ਸਾਰੇ ਜਣੇ ਵੀ ਤੁਸੀਂ ਇਸ ਬੱਚੀ ਨੂੰ ਠੀਕ ਕਰੋ, ਤੁਸੀਂ ਇਸ ਬੱਚੀ ਨੂੰ ਠੀਕ ਕਰੋ। ਵੀ ਬਹੁਤ ਜ਼ਿਆਦਾ ਸਪੋਰਟ ਸੀ, ਮੈਨੂੰ ਕਾਲ ਕਰਦੇ ਸੀ, ਮੇਰੇ ਨਾਲ ਗੱਲਾਂ ਕਰਦੇ ਸੀ, ਤਾਂ ਥੋੜਾ ਜਿਹਾ ਸਪੋਰਟ ਮਿਲਦਾ ਸੀ ਤੇ ਮੈਂ ਬੈਟਰ ਫੀਲ ਕਰਦੀ ਸੀ। ਓਕੇ ਸੋ ਤੋਂ ਬਾਅਦ ਫਿਰ ਕਿੱਥੇ ਤੱਕ ਗੱਲ ਪਹੁੰਚੀ ਜਦੋਂ 4 ਮਹੀਨੇ ਲੰਘ ਗਏ ਇਦਾਂ? ਹਾਂਜੀ, ਇੱਦਾਂ 4 ਮਹੀਨੇ ਲੰਘ ਗਏ। ਫਿਰ ਉਸ ਤੋਂ ਬਾਅਦ ਜਿਹੜੀ ਨੈਕਸਟ ਫਿਰ ਮੇਰਾ ਜਿਹੜਾ ਪੜਾਅ ਸੀਗਾ ਉਹ ਸਰਜਰੀ ਦਾ ਸੀਗਾ। ਤੇ ਸਰਜਰੀ ਦੀ ਵੀ ਇੱਕ ਗੱਲ ਹੁੰਦੀ ਹੈ ਕਿ ਸਰਜਰੀ ਤੁਹਾਡੀ ਜਦੋਂ ਕੀਮੋ ਖਤਮ ਹੁੰਦੀ ਹੈ ਉਸ ਤੋਂ ਮਤਲਬ ਵਿਦਨ ਅ ਮੰਥ ਤੁਹਾਡੀ ਸਰਜਰੀ ਹੋ ਜਾਣੀ ਚਾਹੀਦੀ ਹੈ। ਸੋ ਉਸ ਤੋਂ ਵਿਦਨ ਅ ਮੰਥ ਮੇਰੀ ਸਰਜਰੀ, ਜਿੱਦਾਂ ਦਸੰਬਰ 'ਚ ਮੇਰੀ ਸਰਜਰੀ ਹੋ ਗਈ ਸੀਗੀ। ਸੋ ਜਿਹੜੀ ਸਰਜਰੀ ਵੀ ਹੁੰਦੀ ਹੈ ਉਹ ਵੀ 2-3 ਤਰ੍ਹਾਂ ਦੀ ਹੁੰਦੀ ਹੈਗੀ ਆ। ਇੱਕ ਤਾਂ ਹੁੰਦੀ ਹੈਗੀ ਆ ਲਿੰਪੈਕਟਮੀ ਹੁੰਦੀ ਹੈ ਕਿ ਸਪੋਜ਼ ਤੁਹਾਡਾ ਜਿਹੜਾ ਕੈਂਸਰ ਹੈ ਜ਼ਿਆਦਾ ਨਹੀਂ ਵਧਿਆ, ਮਤਲਬ ਥੋੜਾ ਹੈਗਾ, ਲੋਕਲ ਹੈਗਾ, ਤਾਂ ਉਹ ਪਾਰਟ ਨੂੰ ਕੱਟ ਕੇ ਮਤਲਬ ਬਾਹਰ ਕੱਢ ਦਿੰਦੇ ਨੇ। ਸੋ ਇੱਕ ਹੁੰਦੀ ਹੈ ਮਾਸਟੈਕਟਮੀ, ਉਹ ਹੁੰਦੀ ਹੈ ਕਿ ਜੇ ਤੁਹਾਡਾ ਕੈਂਸਰ ਹੈਗਾ ਉਹ ਥੋੜਾ ਜਿਹਾ ਜੇ ਵੱਧ ਗਿਆ ਹੈਗਾ ਹਨਾ, ਸੋ ਜਾਂ ਥੋੜਾ ਲਾਰਜ ਏਰੀਆ ਦੇ ਵਿੱਚ ਚਲੇ ਗਿਆ ਤਾਂ ਉਹ ਪੂਰੀ ਦਾ ਪੂਰੀ ਜਿਹੜੀ ਬ੍ਰੈਸਟ ਹੈਗੀ ਆ ਉਹਨੂੰ ਹੀ ਰਿਮੂਵ ਕਰ ਦਿੰਦੇ ਨੇ। ਸੋ ਮੇਰੀ ਸਰਜਰੀ ਦੀ ਡੇਟ ਸੀਗੀ। ਸੋ ਇੱਕ ਹੋਰ ਚੀਜ਼ ਹੁੰਦੀ ਹੈਗੀ, ਜਦੋਂ ਸਰਜਰੀ ਕਰਦੇ ਨੇ ਨਾ ਤੁਹਾਡੇ ਲਿੰਫ ਨੋਡਸ ਜਿਹੜੇ ਤੁਹਾਡੇ ਅੰਡਰ ਆਰਮਸ ਹੁੰਦੇ ਨੇ ਉਹਨੂੰ ਚੈੱਕ ਕਰਦੇ ਆ ਕਿ ਕਿਤੇ ਕੈਂਸਰ, ਕਿਉਂਕਿ ਉਹ ਤੋਂ ਪਤਾ ਲੱਗਦਾ ਕਿ ਕੈਂਸਰ ਬਾਹਰ ਨਿਕਲਿਆ ਕਿ ਨਹੀਂ ਨਿਕਲਿਆ। ਸੋ ਉਸ ਟਾਈਮ ਤੁਹਾਡੀ ਕੋ ਲਿੰਫ ਨੋਡ ਵੀ ਤੁਹਾਡੀ ਜਿਹੜੀ ਹੈਗੀ ਆ ਬਾਡੀ ਦੇ ਵਿੱਚੋਂ ਬਾਹਰ ਕੱਢਦੇ ਨੇ ਤੇ ਉਹ ਚੈੱਕ ਕਰਨ ਵਾਸਤੇ ਫਿਰ ਤੁਹਾਡੇ ਅੰਦਰ ਜਿਹੜੀਆਂ ਨਿਊਕਲੀਅਰ ਮੈਡੀਸਿਨਸ ਨੇ ਉਹ ਪਾਈਆਂ ਜਾਂਦੀਆਂ ਸਰਜਰੀ ਤੋਂ ਪਹਿਲਾਂ। ਤੇ ਉਹ ਫਿਰ ਜਦ ਮੇਰੀ ਸਰਜਰੀ ਹੋਈ ਤਾਂ ਫਿਰ ਉਹਨਾਂ ਨੇ ਮੇਰੀ ਮਾਸਟੈਕਟਮੀ ਸੀਗੀ ਤੇ ਉਹਨਾਂ ਨੇ ਪੂਰੀ ਜਿਹੜੀ ਸੀਗੀ ਮੇਰੀ ਬ੍ਰੈਸਟ ਸੀਗੀ ਉਹਨੂੰ ਫਿਰ ਉਹਨਾਂ ਨੇ ਰਿਮੂਵ ਕੀਤਾ। ਇੱਕ ਹੋਰ ਚੀਜ਼ ਹੈਗੀ ਆ ਹਨਾ ਕਿ ਲੋਕ ਡਰਦੇ ਨੇ ਕਿ ਮਾਸਟੈਕਟਮੀ ਹੋ ਗਈ ਤਾਂ ਵੀ ਸ਼ਾਇਦ ਲੇਡੀਜ਼ ਨੂੰ ਲੱਗਦਾ ਕਿ ਸ਼ਾਇਦ ਹੁਣ ਇਸ ਤੋਂ ਬਾਅਦ ਸਾਡਾ ਕੀ ਬਣੇਗਾ। ਐਸਾ ਕੁਝ ਨਹੀਂ ਹੈਗਾ। ਜੇ ਤੁਸੀਂ ਰੀਬਿਲਟ ਕਰਾਉਣਾ ਚਾਹੁੰਦੇ ਹੋਗੇ ਤੇ ਉਹ ਜਿਹੜੀ ਤੁਹਾਡੀ ਬ੍ਰੈਸਟ ਹੈਗੀ ਆ ਸੇਮ ਟਾਈਮ ਰੀਬਿਲਟ ਵੀ ਕਰ ਦਿੰਦੇ ਨੇ। ਜੀ ਸੋ ਇਹ ਇੱਕ ਨਵੀਂ ਜਾਣਕਾਰੀ ਸਾਰਿਆਂ ਲਈ, ਤੇ ਜਿਹੜੀਆਂ ਮੇਰੀਆਂ ਭੈਣਾਂ ਘਰੇ ਸੁਣ ਰਹੀਆਂ ਨੇ, ਐਵੇਂ ਡਰ ਨਾ ਜਾਇਓ ਵੀ ਕਿਤੇ ਇਦਾਂ ਵੀ ਚਲੋ ਤੁਸੀਂ ਆਪਦੇ ਬੱਚਿਆਂ ਲਈ, ਆਪਦੇ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਦੇਖਿਓ, ਉਹਨਾਂ ਦੇ ਲਈ ਜ਼ਰੂਰ ਚੈੱਕਅਪ ਕਰਾ ਕੇ ਆਇਓ। ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਆ। ਸੋ ਅੱਗੇ ਭੈਣੇ ਫਿਰ ਉਹ ਹਸਪੀਟਲ ਦੇ ਵਿੱਚ ਆਸੇ-ਪਾਸੇ ਪੰਜਾਬੀ ਸੀ ਜ਼ਿਆਦਾ, ਉਸ ਗੋਰੇ ਸੀਗੇ, ਕਿੱਦਾਂ ਦੇ ਲੋਕ ਸੀ ਉਸ ਹਸਪੀਟਲ ਦੇ ਵਿੱਚ? ਨਹੀਂ, ਉਹ ਹਸਪੀਟਲ ਆਪਣੇ ਆਪ ਦੇ ਵਿੱਚ ਮਤਲਬ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਸੀਂ ਕਿਸੇ ਹੋਰ ਜਗ੍ਹਾ ਤੇ ਆ ਗਏ, ਕਿਉਂਕਿ ਤੁਸੀਂ ਕਿਸੇ ਵੀ ਹਸਪੀਟਲ ਹੋਰ ਜਾਂਦੇ ਹੋ ਤੁਹਾਨੂੰ ਥੋੜਾ ਡਿਫਰੈਂਟ ਮਾਹੌਲ ਮਿਲਦਾ ਹੈ। ਲੇਕਿਨ ਜਦ ਤੁਸੀਂ ਇੱਕ ਕੈਂਸਰ ਹਸਪੀਟਲ ਜਾਂਦੇ ਹੋ, ਆਈ ਡੋਂਟ ਨੋ, ਮਤਲਬ ਉਹਨਾਂ ਦੀ ਇੱਕ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਬਿਲਕੁਲ ਡਿਫਰੈਂਟ ਤਰੀਕੇ ਨਾਲ ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਜਿਹੜੇ ਕੈਂਸਰ ਪੇਸ਼ੈਂਟ, ਮਤਲਬ ਕਿ ਤੁਸੀਂ ਆਪਣੀ ਲਾਈਫ ਨਾਲ ਜੂਝ ਰਹੇ ਹੋ, ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਹੜੇ ਵੇਲੇ ਤੁਹਾਡਾ ਐਂਡ ਹੋ ਜਾਣਾ, ਤੇ ਉਹਨਾਂ ਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਅਟੈਂਡ ਕਰਦੇ। ਜਿੱਦਾਂ ਹਸਪੀਟਲ ਦੇ ਵਿੱਚ ਪਿਆਨੋ ਪਿਆ, ਉੱਥੇ ਮਿਊਜ਼ਿਕ ਚੱਲ ਰਿਹਾ ਹੁੰਦਾ ਲਾਈਵ, ਹਰ ਬੰਦਾ ਤੁਹਾਨੂੰ, ਈਵਨ ਉੱਥੇ ਟਿਮ ਹਾਰਟਨ ਤੇ ਜਿਹੜਾ ਸਟਾਰਬਕਸ ਦਾ ਸਟਾਫ ਵੀ ਹੈ ਨਾ ਉਹ ਵੀ ਤੁਹਾਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਤੁਹਾਨੂੰ ਟ੍ਰੀਟ ਕਰਦਾ। ਤੇ ਮੈਜੋਰਟੀ ਆਫ ਦਾ ਜਿਹੜੇ ਮੈਂ ਉੱਥੇ ਲੋਕ ਦੇਖੇ ਨੇ ਉਹ ਮੈਂ ਗੋਰੇ ਦੇਖੇ ਨੇ ਜਾਂ ਮੈਂ ਬਲੈਕ ਕਮਿਊਨਿਟੀ ਦੇਖੀ ਆ। ਆਪਣੇ ਤੁਸੀਂ ਕਹਿ ਲਓ ਕਿ ਪੇਸ਼ੈਂਟ ਸ਼ਾਇਦ ਮੈਂ 2 ਜਾਂ 4 ਪੇਸ਼ੈਂਟ ਮੈਂ ਦੇਖੇ ਹੋਣਗੇ। ਓਕੇ ਸੋ ਤੁਸੀਂ ਉਹ ਤੋਂ ਬਾਅਦ ਹਸਪੀਟਲ ਕਿੰਨਾ ਚਿਰ ਰਹੇ? ਮੈਂ ਸਰਜਰੀ ਤੋਂ ਮੈਨੂੰ ਕੋਈ ਐਸਾ ਮੈਨੂੰ ਰਹਿਣ ਦੀ ਲੋੜ ਨਹੀਂ ਪਈ ਜੀ, ਕਿਉਂਕਿ ਮੇਰੀ ਸਰਜਰੀ ਸੀਗੀ ਮਾਰਨਿੰਗ, ਆਈ ਥਿੰਕ 11 ਵਜੇ ਦੇ ਆਸ-ਪਾਸ ਮੇਰੀ ਸਰਜਰੀ ਹੋਈ ਆ ਔਰ 2-2.5 ਘੰਟੇ ਦੀ ਮੇਰੀ ਸਰਜਰੀ ਸੀਗੀ, ਕਿਉਂਕਿ ਮੈਂ ਰੀਬਿਲਟ ਜਿਹੜੀ ਆਪਸ਼ਨ ਹੈ ਉਹਨੂੰ ਚੂਜ਼ ਨਹੀਂ ਸੀ ਕੀਤਾ। ਸੋ ਮੈਨੂੰ ਸੀਗਾ ਕਿ ਆਲਰੇਡੀ ਤੁਹਾਡੇ ਸਰੀਰ ਨਾਲ ਕੱਟ ਵੱਢ ਹੋ ਰਹੀ ਹੈ ਤਾਂ ਮੈਂ ਹੋਰ ਕੱਟ ਵੱਢ ਕਿਉਂ ਕਰਾਵਾਂ। ਸੋ ਮੈਂ ਉਹ ਚੂਜ਼ ਨਹੀਂ ਕੀਤਾ ਤੇ ਮੇਰੀ ਜਿਹੜੀ ਸਰਜਰੀ ਸੀ 2-2.5 ਘੰਟੇ 'ਚ ਫਿਨਿਸ਼ ਹੋ ਗਈ ਸੀ। ਜਨਰਲੀ ਜੇ ਤੁਸੀਂ ਆਪਟ ਕਰਦੇ ਹੋ ਰੀਬਿਲਟ ਦਾ ਤਾਂ ਜਿਹੜੀ ਤੁਹਾਡੀ ਸਰਜਰੀ ਉਹ 6 to 8 ਆਵਰਸ ਦੀ ਵੀ ਹੋ ਜਾਂਦੀ ਹੈ। ਲੇਕਿਨ ਮੈਨੂੰ ਸ਼ਾਮੀ ਤੁਸੀਂ ਕਹਿ ਸਕਦੇ ਹੋ ਕਿ 5-5:15 ਵਜੇ ਤੱਕ ਮੈਨੂੰ ਹੋਸ਼ ਆ ਗਿਆ ਸੀਗਾ। ਸੋ 8 ਵਜੇ ਸੀਗੇ ਕਿ ਮੇਰੀ ਜਿਹੜੀ ਫੈਮਿਲੀ ਸੀ ਮੈਨੂੰ ਹਸਪੀਟਲ ਲੈਣ ਆ ਗਈ ਸੀ ਔਰ ਉਸ ਤੋਂ ਬਾਅਦ 9 ਵਜੇ ਦੇ ਆਸ-ਪਾਸ ਆਪਾਂ ਬਿਲਕੁਲ ਆਪਣੇ ਘਰ ਸੀਗੇ। ਮੈਂ ਬਿਲਕੁਲ ਠੀਕ ਸੀਗੀ ਔਰ ਮਤਲਬ ਬਿਲਕੁਲ ਹੋਸ਼ੋ ਹਵਾਸ ਸੀਗੀ। ਮੈਂ ਬਿਲਕੁਲ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਹਸਬੈਂਡ ਨਾਲ ਬਿਲਕੁਲ ਨਾਰਮਲ ਗੱਲਾਂ ਕੀਤੀਆਂ। ਮੈਂ ਘਰ ਆ ਕੇ ਖਾਣਾ ਖਾਧਾ
ਸੋ ਇਟ ਵਾਸ ਕੁਆਇਟ ਨਾਰਮਲ ਆਫਟਰ ਓਕੇ ਸੋ ਤੁਹਾਨੂੰ ਉਹ ਤੋਂ ਬਾਅਦ ਡਾਕਟਰਾਂ ਨੇ ਉਹ ਤੋਂ ਬਾਅਦ ਵੀ ਆਉਣ ਨੂੰ ਕਿਹਾ ਵੀ ਕੋਈ ਰਿਹੈਬ ਸੈਂਟਰ ਦੇ ਵਿੱਚ ਜਾਣਾ ਜਾਂ ਕੁਝ ਇਦਾਂ ਦਾ ਕੁਝ ਜਾਂ ਕੋਈ ਟ੍ਰੀਟਮੈਂਟ ਕਰੇ? ਹਾਂਜੀ, ਐਕਚੁਅਲੀ ਸਰਜਰੀ ਜਦੋਂ ਤੁਹਾਡੀ ਹੁੰਦੀ ਹੈ ਨਾ, ਉਹ ਤੁਹਾਡਾ ਪਾਰਟ ਤਾਂ ਜਿਹੜਾ ਹੈਗਾ, ਉਹ ਜਿਹੜਾ ਕੈਂਸਰਸ ਟਿਊਮਰ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਬਾਹਰ ਕੱਢ ਦਿੰਦੇ ਨੇ, ਲੇਕਿਨ ਹੁੰਦਾ ਕਿਆ ਹੈਗਾ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੋਈ ਇੱਕ ਸੈੱਲ ਵੀ ਜੇ ਪਿੱਛੇ ਰਹਿ ਗਿਆ ਤਾਂ ਉਹ ਦੁਬਾਰਾ ਰੀਗਰੋ ਕਰ ਸਕਦਾ ਹੈ, ਕਿਉਂਕਿ ਬੇਸਿਕਲੀ ਜਿਹੜਾ ਕੈਂਸਰ ਹੁੰਦਾ ਹੈਗਾ ਉਹ ਜਦੋਂ ਤੁਹਾਡੇ ਸੈੱਲ ਨੇ ਜਦੋਂ ਉਹਨਾਂ ਦੀ ਗਰੋਥ ਅਨਕੰਟਰੋਲੇਬਲ ਹੋ ਜਾਂਦੀ ਹੈ ਤਾਂ ਉਹਨੂੰ ਕੈਂਸਰ ਕਹਿੰਦੇ ਨੇ। ਸੋ ਜੇ ਇੱਕ ਵੀ ਸੈੱਲ ਕਿਤੇ ਪਿੱਛੇ ਬਚ ਗਿਆ ਤਾਂ ਉਹ ਦੁਬਾਰਾ ਉਹਨੇ ਰੀਗਰੋ ਕਰਕੇ ਦੁਬਾਰਾ ਕੈਂਸਰ ਬਣ ਜਾਣਾ। ਸੋ ਉਹ ਫਿਰ ਤੁਹਾਨੂੰ ਸੁਜੈਸਟ ਕਰਦੇ ਨੇ ਕਿ ਤੁਸੀਂ ਰੇਡੀਏਸ਼ਨ ਕਰਾਓ। ਰੇਡੀਏਸ਼ਨ ਬੇਸਿਕਲੀ ਹੁੰਦਾ ਹੈਗਾ ਕਿ ਉਹ ਤੁਹਾਡੇ ਉੱਤੇ ਕੋਈ ਜਿੱਦਾਂ ਸ਼ਾਰਪ ਚੀਜ਼ ਤੁਸੀਂ ਇਹ ਲਾ ਲਓ ਵੀ ਤੁਹਾਡੇ ਉੱਤੇ ਕਾਈਂਡ ਆਫ ਅੱਗ, ਜਿੱਦਾਂ ਆਪਾਂ ਕਹਿੰਦੇ ਕਿ ਅੱਗ ਆਈ ਤੇ ਉਹਨੂੰ ਸਾੜਤਾ। ਸੋ ਰੇਡੀਏਸ਼ਨ ਬੇਸਿਕਲੀ ਇਹ ਹੁੰਦੀਆਂ। ਤਾਂ ਫਿਰ ਉਸ ਤੋਂ ਬਾਅਦ ਮੇਰੀ ਰੇਡੀਏਸ਼ਨ ਹੋਈ। ਸੋ ਰੇਡੀਏਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਇੱਕ ਤਾਂ ਜਿਹੜੀ ਤੁਹਾਡੀ ਆਰਮ ਹੈਗੀ ਆ ਉਹ ਤੁਹਾਡੀ 90 ਡਿਗਰੀ ਤੋਂ ਉੱਪਰ ਜਾਣੀ ਚਾਹੀਦੀ ਹੈ। ਸੋ ਉਹ ਜਦੋਂ ਤਾਂ ਉੱਪਰ ਜਦ ਮੇਰੀ ਜਾਨ ਲੱਗ ਗਈ, ਕਿਉਂਕਿ ਮੈਂ ਕਾਫੀ ਜੋ ਐਕਸਰਸਾਈਜ਼ ਵਗੈਰਾ ਮੈਂ ਬਹੁਤ ਕੀਤੀਆਂ ਆਪਣੀ ਸਰਜਰੀ ਤੋਂ ਬਾਅਦ, ਮੈਂ ਯੋਗਾ ਕੀਤਾ, ਐਕਸਰਸਾਈਜ਼ ਕੀਤੀ, ਆਪਣੀ ਨਾਰਮਲ ਲਾਈਫ ਨੂੰ ਜੀਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮੇਰੀ ਜਿਹੜੀ ਰੇਡੀਏਸ਼ਨ ਹੈ ਉਹ ਔਨ ਟਾਈਮ ਹੋ ਸਕੇ। ਸੋ ਫਿਰ ਉਹਨਾਂ ਨੇ ਜਦ ਮੇਰੀ ਰੇਡੀਏਸ਼ਨ ਕੀਤੀ ਤਾਂ ਉਹ ਮਸ਼ੀਨ ਦੇ ਵਿੱਚੋਂ ਹੁੰਦਾ, ਉੱਥੋਂ ਤੁਹਾਨੂੰ ਵਿੱਚ ਪਾ ਦਿੰਦੇ ਨੇ ਤੇ ਉਹ ਫਿਰ ਤੁਹਾਡੇ ਉੱਤੇ ਇਲੈਕਟ੍ਰਿਕ ਰੇਜ਼ ਪਾਉਂਦੇ ਨੇ ਜਿੱਥੇ ਜਿੱਥੇ ਉਹਨਾਂ ਨੂੰ ਹੁੰਦਾ ਵੀ ਜਿੱਦਾਂ ਮੇਰੇ ਅੰਡਰਆਰਮ ਪਾਈ ਜਾਂ ਮੇਰੇ ਉਸ ਏਰੀਆ 'ਚ ਪਾਏ ਜਿੱਥੇ ਮੇਰੀ ਸਰਜਰੀ ਸੀਗੀ। ਫਿਰ ਮੇਰੇ ਨੈਕ ਵਾਲਾ ਏਰੀਆ ਸੀਗਾ, ਮਤਲਬ ਜਿਹੜਾ ਆਸ-ਪਾਸ ਦਾ ਏਰੀਆ ਵੀ ਹੁੰਦਾ ਉਹਨੂੰ ਵੀ ਉਹ ਸਾੜਨ ਦੀ ਕੋਸ਼ਿਸ਼ ਕਰਦੇ ਹੈ ਕਿ ਜਿਹੜਾ ਕੈਂਸਰ ਹੈ ਉਹ ਦੁਬਾਰਾ ਨਾ ਹੋ ਸਕੇ। ਸੋ ਜਿਹੜੀਆਂ ਮੇਰੀਆਂ ਰੇਡੀਏਸ਼ਨ ਦੀਆਂ ਮੇਰੀਆਂ ਸਿਟਿੰਗ ਸੀਗੀਆਂ, ਆਈ ਥਿੰਕ 17 ਕੁ ਸਿਟਿੰਗਸ ਮੇਰੀਆਂ ਸੀਗੀਆਂ ਰੇਡੀਏਸ਼ਨ ਦੀਆਂ। ਬਾਅਦ ਇਹ ਵੀ ਦੱਸ ਦਿਓ ਵੀ ਜਿੱਦਾਂ ਤੁਸੀਂ ਕਿਸੇ ਹੁਣ ਤੁਸੀਂ ਮੈਨੂੰ ਮੇਨ ਕਰਕੇ ਭੈਣੇ ਵੀ ਕਿਹਾ ਸੀ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦੇ ਅਵੇਅਰਨੈਸ ਹੈ ਨਹੀਂ। ਬਿਲਕੁਲ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ, ਕਿਉਂਕਿ ਆਪਾਂ ਜਦ ਹਸਪੀਟਲ ਵੀ ਜਾਂਦੇ ਸੀਗੇ ਤਾਂ ਆਪਾਂ ਜਦ ਬਾਕੀ ਪੇਸ਼ੈਂਟ ਜਿਹੜੇ ਦੂਜੀਆਂ ਕਮਿਊਨਿਟੀ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਬਹੁਤ ਨਾਰਮਲ ਔਰ ਬਹੁਤ ਕੂਲ ਤਰੀਕੇ ਨਾਲ ਬਿਹੇਵ ਕਰਦੇ ਸੀ। ਉਹਨਾਂ ਨੇ ਆਪਸ ਵਿੱਚ ਪਰਿਵਾਰ ਨਾਲ ਗੱਲਾਂ ਕਰਨੀਆਂ, ਉਹਨਾਂ ਨੇ ਖਾਣਾ ਪੀਣਾ ਇੰਜੋਏ ਕਰਨਾ, ਇਸ ਤਰੀਕੇ ਦਾ ਮਾਹੌਲ ਹੁੰਦਾ ਸੀ। ਲੇਕਿਨ ਜਿਹੜੇ 2-4 ਪੇਸ਼ੈਂਟ ਮੈਂ ਆਪਣੀ ਕਮਿਊਨਿਟੀ ਦੇ ਦੇਖੇ ਸੀਗੇ ਉਹ ਕਿਤੇ ਇੰਨੇ ਕੁ ਜ਼ਿਆਦਾ ਟੈਂਸ ਹੁੰਦੇ ਸੀ, ਉਹ ਆਪ ਵੀ ਟੈਂਸ ਹੁੰਦੇ ਸੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਰਿਵਾਰਿਕ ਮੈਂਬਰ ਆਏ ਹੁੰਦੇ ਸੀ ਉਹ ਵੀ ਟੈਂਸ ਹੁੰਦੇ ਸੀਗੇ। ਸੋ ਮੈਂ ਮਤਲਬ ਇਹ ਮੈਨੂੰ ਥੋੜਾ ਜਿਹਾ ਉਦੋਂ ਲੱਗਿਆ ਕਿ ਵੀ ਤੁਸੀਂ ਬਾਕੀ ਸਭ ਵੱਲ ਦੇਖੋ ਕਿ ਮੇਬੀ ਹੋ ਸਕਦਾ ਕਿ ਇਹਨਾਂ ਨੂੰ ਅਵੇਅਰਨੈਸ ਨਹੀਂ ਹੈ, ਮੇਬੀ ਇਹ ਜ਼ਿਆਦਾ ਡਰ ਰਹੇ ਨੇ, ਮੇਬੀ ਇਹਨਾਂ ਨੂੰ ਡਰ ਲੱਗਦਾ ਕਿ ਹੁਣ ਸਾਡਾ ਕੀ ਬਣੇਗਾ। ਆਫ ਕੋਰਸ ਡਰ ਤਾਂ ਹੁੰਦਾ ਹੀ ਹੈ ਵੀ ਕੀ ਬਣੇਗਾ, ਹਨਾ। ਬਟ ਜਦੋਂ ਤੁਹਾਨੂੰ ਅਵੇਅਰਨੈਸ ਹੁੰਦੀ ਹੈ ਕਿਸੇ ਚੀਜ਼ ਦੀ ਜਾਂ ਕਿਸੇ ਚੀਜ਼ ਦੇ ਬਾਰੇ, ਤੁਹਾਨੂੰ ਪ੍ਰੋਜ਼ ਐਂਡ ਕੌਨਸ ਤੁਹਾਨੂੰ ਪਤਾ ਹੁੰਦੇ ਨੇ ਡਿਟੇਲ ਵਿੱਚ, ਜਾਂ ਤੁਹਾਨੂੰ ਆਲਰੇਡੀ ਪਹਿਲਾਂ ਪਤਾ ਹੁੰਦਾ, ਤਾਂ ਤੁਹਾਡੇ ਲਈ ਥੋੜਾ ਜਿਹਾ ਟ੍ਰੀਟਮੈਂਟ ਜਿਹੜਾ ਲੈਣਾ ਹੈਗਾ ਉਹ ਈਜ਼ੀ ਹੋ ਜਾਂਦਾ ਹੈਗਾ। ਇਸ ਤੋਂ ਇਲਾਵਾ ਵੀ ਮੈਂ ਦੇਖਿਆ ਹੈਗਾ ਕਿ ਆਪਣੇ ਜਿਹੜੇ ਲੋਕ ਨੇ ਇਸ ਬਾਰੇ ਗੱਲ ਹੀ ਨਹੀਂ ਕਰਦੇ। ਬਿਲਕੁਲ ਜੀ। ਤੁਸੀਂ ਯਕੀਨ ਨਹੀਂ ਮੰਨੋਗੇ ਕਿ ਜਦ ਮੈਨੂੰ ਇਹ ਪ੍ਰੋਬਲਮ ਹੋਈ ਸੀ ਤਾਂ ਜਦ ਮੈਂ ਇੰਡੀਆ ਕਾਲ ਕੀਤੀ ਤਾਂ ਮੈਨੂੰ ਮਤਲਬ ਇਹੀ ਬੋਲਿਆ ਗਿਆ ਕਿ ਇਹ ਚੀਜ਼ ਮਤਲਬ ਕੈਂਸਰ ਕੋਈ ਨਹੀਂ ਬੋਲਦਾ, ਹਜੇ ਤੱਕ ਵੀ ਕੈਂਸਰ ਨੂੰ ਕੈਂਸਰ ਨਹੀਂ ਬੋਲਦੇ, ਚੀਜ਼ ਬੋਲਦੇ ਨੇ। ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਸਪੈਸ਼ਲੀ ਲੇਡੀਜ਼ ਨੂੰ ਨਹੀਂ ਪਤਾ। ਲੋਕ ਡਰਦੇ ਨੇ ਆਪਸ ਵਿੱਚ ਗੱਲ ਕਰਨ ਤੋਂ, ਜਾਂ ਲੋਕ ਅਗਰ ਸਪੋਜ਼ ਕਿਸੇ ਦੀ ਕੋਈ ਜਰਨੀ ਹੈ ਉਹ ਸ਼ੇਅਰ ਨਹੀਂ ਕਰਦਾ, ਹੈ ਨਾ। ਲੇਕਿਨ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਇਕੱਲੇ ਹੀ ਨਹੀਂ ਹੈਗੇ, ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਤੁਹਾਡੇ ਨਾਲ ਨੇ। ਤਾਂ ਤੁਹਾਨੂੰ ਇੱਕ ਹੌਸਲਾ ਮਿਲਦਾ ਦੂਸਰੇ ਇਨਸਾਨ ਤੋਂ ਕਿ ਜਦ ਇਹ ਇਨਸਾਨ ਆਪਣਾ ਟ੍ਰੀਟਮੈਂਟ ਕਰਾ ਕੇ ਇੱਕ ਨਾਰਮਲ ਲਾਈਫ ਨੂੰ ਜੀ ਸਕਦਾ ਤਾਂ ਅਸੀਂ ਕਿਉਂ ਨਹੀਂ ਜੀ ਸਕਦੇ। ਕਿਉਂਕਿ ਇਹ ਸਾਰੇ ਮੈਡੀਸਨ ਜ਼ਰੂਰ ਹੈਗੀਆਂ ਨੇ, ਲੇਕਿਨ ਜਦੋਂ ਤੁਹਾਡੀ ਬਾਡੀ ਉਹਨੂੰ 100% ਸਪੋਰਟ ਕਰੇਗੀ, ਔਰ ਸਪੋਰਟ ਕਰੇਗੀ ਵਿਲ ਪਾਵਰ ਦੇ ਨਾਲ, ਜਦ ਤੁਸੀਂ ਸਟਰੋਂਗ ਹੋ ਤੇ ਜਦ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ। ਸੋ ਅਵੇਅਰਨੈਸ ਡੈਫੀਨੇਟਲੀ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ ਬਿਲਕੁਲ ਨਹੀਂ ਹੈਗੀ। ਓਕੇ, ਸੋ ਇਹਦੇ ਲਈ ਪਰਮ ਕੋਈ ਕੈਂਪ ਵਗੈਰਾ ਲੱਗਦੇ ਨੇ? ਜਿੱਦਾਂ ਹੁਣ ਅਕਤੂਬਰ ਮਹੀਨਾ ਚੱਲ ਰਿਹਾ ਨਾ, ਅਕਤੂਬਰ ਦੇ ਵਿੱਚ ਇਹ ਕਹਿੰਦੇ ਨੇ ਵੀ ਜਿੱਦਾਂ ਕੈਂਸਰ ਅਵੇਅਰਨੈਸ ਲਈ ਕੈਂਪ ਲੱਗਦਾ ਹੋਵੇ ਜਾਂ ਤੁਸੀਂ ਕਿਤੇ ਜੁਆਇਨ ਕੀਤਾ ਹੋਵੇ, ਉੱਥੇ ਕਿੰਨੇ ਕੁ ਆਪਣੇ ਲੋਕ ਦੇਖੇ ਤੁਸੀਂ? ਨਹੀਂ ਜੀ, ਮੈਂ ਆਪਣੇ ਲੋਕ ਨਹੀਂ ਦੇਖੇ। ਆਫ ਕੋਰਸ ਬਹੁਤ ਬਿਗ ਆਰਗੇਨਾਈਜੇਸ਼ਨਸ ਨੇ, ਜਿੱਦਾਂ ਆਪਣੇ ਕੈਨੇਡੀਅਨ ਕੈਂਸਰ ਸੁਸਾਇਟੀ ਹੈ, ਕੈਨੇਡੀਅਨ ਬ੍ਰੈਸਟ ਕੈਂਸਰ ਸੁਸਾਇਟੀ ਹੈ, ਜਾਂ ਦੇਖੋ ਪ੍ਰਿੰਸੈਸ ਮਾਰਗਰੇਟ ਹਸਪੀਟਲ, ਇੰਨਾ ਬਿਗ ਕੈਂਸਰ ਹਸਪੀਟਲ ਹੈਗਾ। ਸਾਰੀ ਜਗ੍ਹਾ ਤੇ ਪ੍ਰੋਗਰਾਮ ਚੱਲਦੇ ਨੇ, ਸਾਰੀ ਜਗ੍ਹਾ ਤੇ ਉਹ ਵਨ ਵਾਕ ਕਰਕੇ ਹੈਗਾ, ਉਹ ਵਾਕ ਕਰਦੇ ਨੇ ਡਾਊਨਟਾਊਨ ਦੇ ਵਿੱਚ, ਜਾਂ ਕੈਂਪਸ ਲੱਗਦੇ ਨੇ, ਜਾਂ ਕਿਤੇ ਵੀ ਤੁਸੀਂ ਜਾਂਦੇ ਹੋ ਉੱਥੇ ਬਾਕੀ ਤੁਹਾਨੂੰ ਸਾਰੀਆਂ ਕਮਿਊਨਿਟੀਜ਼ ਮਿਲਣਗੀਆਂ, ਤੁਹਾਡੀਆਂ ਲੋਕਾਂ ਦੀ ਜਿਹਨਾਂ ਨੂੰ ਕੈਂਸਰ ਹੁੰਦੇ ਨੇ ਉਹਨਾਂ ਦੀ ਫੈਮਲੀਜ਼ ਆਈਆਂ ਹੁੰਦੀਆਂ, ਸਾਰੇ ਲੋਕ ਆਏ ਹੁੰਦੇ ਨੇ। ਲੇਕਿਨ ਮੈਂ ਆਪਣੀ ਕਮਿਊਨਿਟੀ ਨੂੰ ਮੈਂ
ਮਤਲਬ ਤੁਸੀਂ ਕਹਿ ਲਓ ਕਿ ਸ਼ਾਇਦ 1 ਜਾਂ 2% ਹੀ ਲੋਕ ਹੋਣਗੇ ਕਿ ਜਿਹੜੀ ਆਪਣੀ ਕਮਿਊਨਿਟੀ ਦੇ ਮੈਂ ਕਿਸੇ ਕੈਂਪ ਜਾਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਮੈਂ ਦੇਖੇ ਹੋਣ। ਬਿਲਕੁਲ। ਸਾਡੀ ਵੀਡੀਓ ਤੋਂ ਬਾਅਦ ਜੇ ਕੋਈ ਵੀਰ ਆਪਦੀ ਕੋਈ ਜਰਨੀ ਸ਼ੇਅਰ ਕਰਨਾ ਚਾਹੁੰਦਾ ਹੋਵੇ ਜਾਂ ਕੋਈ ਇਸ ਕੈਂਪ ਦੇ ਨਾਲ ਜੁੜਿਆ ਹੋਵੇ, ਸਾਨੂੰ ਜ਼ਰੂਰ ਅਪਰੋਚ ਕਰੇ, ਆਪਾਂ ਉਸ ਨੂੰ ਕਵਰ ਵੀ ਕਰਾਂਗੇ ਆਪਦੇ ਚੈਨਲ ਥਰੂ ਵੀ, ਜਿਹੜੇ ਉੱਥੇ ਜਿਹੜਾ ਲੋਕਾਂ ਨੂੰ ਅਵੇਅਰ ਕਰਦੇ ਆਪਾਂ ਉਹ ਆਪਦੇ ਇਸ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਵਾਂਗੇ। ਅੱਜ ਕੱਲ੍ਹ ਪਰਮ ਜ਼ਿੰਦਗੀ ਕਿੱਦਾਂ ਚੱਲਦੀ ਆ? ਵਧੀਆ। ਅੱਜ ਕੱਲ੍ਹ ਜ਼ਿੰਦਗੀ ਬਿਲਕੁਲ ਜੀ ਚੜ੍ਹਦੀ ਕਲਾ ਹੈਗੀ ਆ। ਪਰਮਾਤਮਾ ਦਾ ਕੋਟੀ ਕੋਟੀ ਪ੍ਰਣਾਮ ਪਰਮਾਤਮਾ ਨੂੰ, ਤੇ ਮਤਲਬ ਹਮੇਸ਼ਾ ਸ਼ੁਕਰੀਆ ਦਾ ਜਿੰਨਾ ਆਪਾਂ ਕਰੀਏ। ਉਹ ਕਹਿੰਦੇ ਨੇ ਕਿ ਪਲ ਪਲ ਦਾ ਜਿਹੜਾ ਸਾਹ ਵੀ ਹੈਗਾ ਉਹਦੇ ਨਾਲ ਵੀ ਸ਼ੁਕਰੀਆ ਕਰੀਏ ਤਾਂ ਬਹੁਤ ਘੱਟ ਹੈਗਾ। ਕਿਉਂਕਿ ਜਿਸ ਦਿਨ ਸਾਨੂੰ ਪਤਾ ਲੱਗੀ ਸੀ ਇਹ ਚੀਜ਼, ਤੁਸੀਂ ਯਕੀਨ ਜਾਣਦੇ ਹੋ ਕਿ ਮੇਰਾ ਪੂਰੇ ਦਾ ਪੂਰਾ ਪਰਿਵਾਰ ਮਤਲਬ ਜਦੋਂ ਵੀ ਮਤਲਬ ਉਹ ਹੁੰਦਾ ਸੀ ਵੀ ਹੁਣ ਅਸੀਂ ਬੈਠੇ ਆ ਤਾਂ ਉਹ ਮਤਲਬ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਰਹਿੰਦਾ ਸੀਗਾ ਵੀ ਸਾਡੀ ਮਦਰ ਨੂੰ ਠੀਕ ਕਰ ਦਿਓ ਜਾਂ ਸਾਡੀ ਬੇਟੀ ਨੂੰ ਠੀਕ ਕਰ ਦਿਓ ਜਾਂ ਮੇਰੀ ਵਾਈਫ ਨੂੰ ਠੀਕ ਕਰ ਦਿਓ। ਸੋ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗੀ ਕਿਉਂਕਿ ਕੈਂਸਰ ਤੋਂ ਬਾਅਦ ਜਿਹੜੀ ਬਹੁਤ ਬਿਗ ਪ੍ਰੋਬਲਮ ਆਉਂਦੀ ਹੈ ਉਹ ਆ ਜਾਂਦੀ ਹੈ ਡਿਪਰੈਸ਼ਨ ਦੀ। ਓਕੇ। ਕਿਉਂਕਿ ਲੋਕ ਮਤਲਬ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਕਿਉਂਕਿ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਰਹੇ ਹਨਾ। ਸਿਰਫ ਤੁਹਾਡੇ ਪਰਿਵਾਰ ਨੂੰ ਪਤਾ ਹੈ, ਪਰਿਵਾਰ ਵੀ ਕਹਿੰਦਾ ਕਿ ਨਹੀਂ ਬਾਹਰ ਗੱਲ ਨਹੀਂ ਕਰਨੀ। ਸੋ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਤੁਹਾਡੀਆਂ ਅੰਦਰ, ਕਿਉਂਕਿ ਆਲ ਦਾ ਟਾਈਮ ਤੁਹਾਨੂੰ ਅੰਦਰ, ਕਿਉਂਕਿ ਦੇਖੋ ਜਿਹੜਾ ਕੈਂਸਰ ਹੈਗਾ ਉਹ ਟ੍ਰੀਟਮੈਂਟ ਤੁਸੀਂ ਜ਼ਰੂਰ ਕਰਾ ਲਿਆ, ਤੁਹਾਡਾ ਜਿਹੜਾ ਸਰਵਾਈਵਲ ਰੇਟ ਹੈ ਉਹ ਜ਼ਰੂਰ ਵੱਧ ਗਿਆ, ਲੇਕਿਨ ਇਟ ਇਜ਼ ਸਟਿਲ ਇਨਸਾਈਡ ਯੂਰ ਬਾਡੀ। ਉਹ ਕਿਤੇ ਨਾ ਕਿਤੇ ਤੇ ਘੁੰਮ ਹੀ ਰਿਹਾ ਹੈ ਨਾ, ਤੇ ਉਹ ਕਦੇ ਵੀ ਪੌਪ ਅਪ ਹੋ ਸਕਦਾ ਹੈ ਨਾ। ਸੋ ਉਹ ਜਿਹੜਾ ਡਿਪਰੈਸ਼ਨ ਹੁੰਦਾ, ਉਹ ਜਿਹੜਾ ਡਰ ਹੁੰਦਾ ਵੀ ਹਾਈ ਕਿਤੇ ਦੁਬਾਰਾ ਨਾ ਆ ਜਾਏ, ਫਿਰ ਜੇ ਦੁਬਾਰਾ ਆ ਕੇ ਪਤਾ ਨਹੀਂ ਮੇਰਾ ਟ੍ਰੀਟਮੈਂਟ ਹੋਏਗਾ ਕਿ ਨਹੀਂ ਹੋਏਗਾ, ਹਾਈ ਕਿਤੇ ਮੈਂ ਮਰ ਨਾ ਜਾਵਾਂ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਤੁਹਾਨੂੰ ਡਿਪਰੈਸ਼ਨ ਹੋ ਜਾਂਦਾ ਹੈ ਨਾ। ਔਰ ਦੇਖੋ ਇੰਨੀ ਅਵੇਅਰਨੈਸ ਹੋਣ ਦੇ ਬਾਵਜੂਦ ਵੀ ਮੈਨੂੰ ਖੁਦ ਨੂੰ ਹੋ ਗਿਆ ਸੀਗਾ। ਮਤਲਬ ਮੇਰੇ ਨਾਲ ਕੀ ਹੋਇਆ ਕਿ ਜਦ ਮੇਰੀ ਰੇਡੀਏਸ਼ਨ ਫਿਨਿਸ਼ ਹੋਈ ਸੋ ਮੈਨੂੰ 2 ਪ੍ਰੋਬਲਮਸ ਹੋ ਗਈਆਂ। ਇੱਕ ਤਾਂ ਮੇਰਾ ਫਰੋਜ਼ਨ ਸ਼ੋਲਡਰ ਹੋ ਗਿਆ, ਮਤਲਬ ਮੇਰਾ ਜਿਹੜਾ ਸ਼ੋਲਡਰ ਹੈ ਮੇਰੀ ਬਾਂਹ ਅੱਪ ਨਹੀਂ ਜਾਂਦੀ ਹੈ ਨਾ। ਸੋ ਜਿਹੜਾ ਫਰੋਜ਼ਨ ਸ਼ੋਲਡਰ ਹੈਗਾ ਇਹ ਮੈਨੂੰ ਹੁਣ ਸ਼ਾਇਦ 2 ਸਾਲ ਲੱਗ ਜਾਣਗੇ ਠੀਕ ਹੋਣ ਤੇ। ਸੋ ਦੂਜੀ ਮੇਰੀ ਜਿਹੜੀ ਪ੍ਰੋਬਲਮ ਸੀਗੀ, ਮੈਨੂੰ ਮਤਲਬ ਮੈਂਟਲੀ ਮੈਨੂੰ ਮਤਲਬ ਅਪਸੈਟ ਰਹਿਣ ਲੱਗ ਗਈ ਕਿਉਂਕਿ ਮੇਰੇ ਜਿਹੜੀ ਰੇਡੀਏਸ਼ਨ ਨੇ ਉਹਦਾ ਮੇਰਾ ਜਿਹੜਾ ਇਫੈਕਟ ਸੀਗਾ ਮੇਰੇ ਥਾਇਰਾਇਡ ਨੂੰ ਕੀਤਾ। ਮੇਰਾ ਥਾਇਰਾਇਡ ਇੱਕਦਮ ਬੂਸਟ ਅਪ ਹੋ ਗਿਆ, ਫਿਰ ਇੱਕਦਮ ਥੱਲੇ ਆ ਗਿਆ। ਸੋ ਉਹ ਡਾਕਟਰਸ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਵੀ ਇਹਨੂੰ ਅਸੀਂ ਹਾਈਪਰ ਕਹੀਏ ਜਾਂ ਇਹਨੂੰ ਹਾਈਪੋ ਕਹੀਏ। ਸੋ ਇਹ ਮੈਨੂੰ ਉਹਦੇ ਨਾਲ ਮੇਰੇ ਜਿਹੜੇ ਸਾਰੇ ਹਾਰਮੋਨ ਸੀਗੇ ਉਹ ਬਾਡੀ ਦੇ ਉਹ ਇੰਬੈਲੈਂਸ ਹੋ ਗਏ। ਸੋ ਮੈਨੂੰ ਖੁਦ ਨੂੰ ਉਦਾਸ ਮੈਨੂੰ ਮਤਲਬ ਮੈਂ ਰਹਿਣ ਲੱਗ ਗਈ। ਸੋ ਲੇਕਿਨ ਜਿਹੜੇ ਹਸਪੀਟਲ ਹੈਗਾ ਉਹਦੇ ਅੰਦਰ ਹੀ ਰੀਹੈਬ ਸੈਂਟਰ ਹੈਗਾ ਕੈਂਸਰ ਹਸਪੀਟਲ ਦੇ, ਤਾਂ ਫਿਰ ਮੈਨੂੰ ਡਾਕਟਰ ਨੇ ਨਾਲ ਦੀ ਨਾਲ ਇਮੀਡੀਏਟਲੀ ਉੱਥੇ ਮੈਨੂੰ ਰੈਫਰ ਕੀਤਾ। ਸੋ ਉਹਨਾਂ ਨੇ ਫਿਰ ਮੇਰੇ ਨਾਲ ਜਦ ਸਾਰੀ ਗੱਲਬਾਤ ਕੀਤੀ ਸੋ ਉਹਨਾਂ ਨੂੰ ਪਤਾ ਲੱਗਿਆ ਕਿਉਂਕਿ ਮੈਂ ਇਸ ਤੋਂ ਪਹਿਲੇ ਕੈਂਸਰ ਤੋਂ ਪਹਿਲਾਂ ਮੈਂ ਇੱਕ ਬਹੁਤ ਹੀ ਪ੍ਰਾਈਵੇਟ ਕਾਈਂਡ ਆਫ ਅ ਪਰਸਨ ਸੀ। ਮੈਂ ਕਿਹਾ ਮੇਰੀ ਫੈਮਿਲੀ ਹੀ ਬਹੁਤ ਪ੍ਰਾਈਵੇਟ ਹੈਗੀ ਆ। ਮਤਲਬ ਇੰਨੇ ਸਾਲ ਸਾਨੂੰ ਇੱਥੇ ਹੋ ਗਏ ਤੇ ਸਾਡਾ ਕੋਈ ਫਰੈਂਡ ਸਰਕਲ ਨਹੀਂ ਹੈ ਹਜੇ ਤੱਕ ਵੀ, ਹੈ ਨਾ। ਸੋ ਕਦੇ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਗਏ, ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਵਲੌਗਸ ਨਾਮ ਦੀ ਵੀ ਕੋਈ ਨਵੀਂ ਚੀਜ਼ ਇੰਟਰੋਡਿਊਸ ਹੋ ਗਈ ਹੈ। ਸੋ ਕਦੇ ਆਪਾਂ YouTube ਨਹੀਂ ਦੇਖਿਆ, ਕਦੇ ਕਿਸੇ ਕੋਈ ਬੰਦਾ, ਸਿਰਫ ਆਪਾਂ ਨੂੰ ਸਿਰਫ ਇੱਕ WhatsApp ਆਪਣੇ ਫੋਨ 'ਚ ਹੁੰਦਾ ਸੀਗਾ। ਸੋ ਉਹਨਾਂ ਨੇ ਜਦ ਸਾਰੀ ਚੀਜ਼ ਮੇਰੀ ਸੁਣੀ ਤਾਂ ਫਿਰ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਜਿਹੜਾ ਤੁਹਾਡਾ ਫ੍ਰੀ ਟਾਈਮ ਹੁੰਦਾ ਹੈ ਨਾ, ਜਦੋਂ ਤੁਸੀਂ ਵਿਹਲੇ, ਕਿਉਂਕਿ ਜਿਹੜੇ ਗਲਤ ਵਿਚਾਰ ਆਉਂਦੇ ਨੇ ਉਹ ਵਿਹਲੇ ਜਦੋਂ ਹੁੰਦੇ ਤੁਸੀਂ ਉਦੋਂ ਹੀ ਆਉਂਦੇ ਨੇ। ਸੋ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਵਿਹਲੇ ਟਾਈਮ ਦੇ ਵਿੱਚ ਯੂ ਡੂ ਸਮਥਿੰਗ ਕਿ ਤੁਸੀਂ ਜਿਸ ਹਿਸਾਬ ਨਾਲ ਤੁਸੀਂ ਗੱਲਬਾਤ ਕਰਦੇ ਹੋ ਜਾਂ ਤੁਸੀਂ ਡੀਪ ਜਾਂਦੇ ਹੋ ਕਿਸੇ ਚੀਜ਼ ਦੇ ਵਿੱਚ ਵੀ, ਤਾਂ ਤੁਸੀਂ ਆਪਣਾ ਚੈਨਲ ਕਿਉਂ ਨਹੀਂ ਸ਼ੁਰੂ ਕਰਦੇ। ਸੋ ਮੈਂ ਆਪਣਾ ਫਿਰ ਇੱਕ ਚੈਨਲ ਸ਼ੁਰੂ ਕੀਤਾ ਹੈ ਨਾ। ਤੁਸੀਂ ਬਲੌਗਰ ਵੀ ਹੋ? ਮੈਂ ਬਲੌਗਰ। ਉਹ ਸਹੀ ਹੈ, ਫਿਰ ਤਾਂ ਆਪਣਾ ਡਿਪਾਰਟਮੈਂਟ ਸੇਮ ਹੈ। ਬਿਲਕੁਲ ਤੁਹਾਨੂੰ ਲੱਗਦਾ ਨਹੀਂ ਵਧੀਆ ਇੱਕ ਚੀਜ਼ ਐਂਟਰਟੇਨਮੈਂਟ? ਉਹ ਨਹੀਂ ਮੈਂ ਤੁਹਾਨੂੰ ਦੱਸਾਂ, ਤੁਸੀਂ ਯਕੀਨ ਨਹੀਂ ਮੰਨੋਗੇ ਕਿਉਂਕਿ ਉਹਨਾਂ ਨੇ ਮੈਂ ਕਿਹਾ ਕਿ ਨਹੀਂ ਮੈਂ ਸੋਸ਼ਲ ਮੀਡੀਆ ਤੋਂ ਕਿਉਂਕਿ ਸੁਣਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਇਹ ਹੁੰਦਾ ਉਹ ਹੁੰਦਾ। ਮੈਂ ਕਿਹਾ ਨਹੀਂ ਜੀ, ਮੇਰੀ ਤਾਂ ਦੂਰੋਂ ਹੀ ਸਤਿ ਸ਼੍ਰੀ ਅਕਾਲ ਹੈਗੀ ਆ ਵੀ ਆਪਾਂ ਬਹੁਤ ਇੱਕ ਨਾਰਮਲ ਜੀ ਲਾਈਫ ਜੀਣ ਵਾਲੇ ਬੰਦੇ ਹੈਗੇ ਆ। ਸੋ ਮੈਂ ਦੈਨ ਸ਼ੀ ਸੈਡ ਕਿ ਨਹੀਂ ਤੁਸੀਂ ਸ਼ੁਰੂ ਕਰੋ। ਸੋ ਫਿਰ ਮੈਂ ਚੈਨਲ ਸ਼ੁਰੂ ਕੀਤਾ। ਮੇਰੇ ਚੈਨਲ ਦਾ ਨਾਮ ਹੈਗਾ ਲਾਈਫ ਅਨਕਟ ਕੈਨੇਡਾ। ਓਕੇ ਲਓ ਜੀ, ਇਹ ਤਾਂ ਮੈਂ ਨਵੀਂ ਗੱਲ ਸੁਣੀ ਆ। ਚਲੋ ਬਹੁਤ ਵਧੀਆ। ਪਰ ਹਾਂ,
ਕਿਉਂਕਿ ਮੈਂ ਇਹਨਾਂ ਨੂੰ ਜਦੋਂ ਮੈਸੇਜ ਕੀਤਾ ਸੀ ਨਾ, ਮੈਂ ਮੈਸੇਜ ਮੇਰੇ ਹੁਣ ਮੈਨੂੰ ਬਹੁਤ ਆਉਂਦਾ ਤੇ ਮੈਂ ਦੇਖ ਕੇ ਮੈਂ ਚਲੋ ਭੈਣ ਨੇ ਮੈਸੇਜ ਕੀਤਾ, ਇਹਨਾਂ ਦਾ ਨੰਬਰ ਨੋਟ ਕੀਤਾ, ਮੈਂ ਅਪਰੋਚ ਕੀਤੀ। ਮੈਂ ਇਹਨਾਂ ਦਾ ਇੰਸਟਾ ਆਈਡੀ ਵੀ ਖੋਲ੍ਹ ਕੇ ਦੇਖੀ ਹੋਣੀ, ਕਿਉਂਕਿ ਟਾਈਮ ਮੇਰੇ ਕੋਲ ਵੀ ਬਹੁਤ ਘੱਟ ਹੁੰਦਾ, ਕੰਮ ਵਾਲੇ ਨੇ। ਸੇ ਹੁਣ ਇਹਨਾਂ ਦਾ YouTube ਚੈਨਲ ਆ, ਉਹਨਾਂ ਦਾ ਨਾਮ ਵਗੈਰਾ ਦੱਸੋ ਜੀ, ਆਪਾਂ ਡਿਸਕ੍ਰਿਪਸ਼ਨ ਲਿੰਕ ਪਾਵਾਂਗੇ। ਹਾਂਜੀ, ਮੇਰੇ ਚੈਨਲ ਦਾ ਨਾਮ ਹੈਗਾ ਲਾਈਫ ਅਨਕਟ ਕੈਨੇਡਾ। ਸੋ ਫਿਰ ਉਹਦੇ ਤੇ ਮੈਂ ਛੋਟੀਆਂ ਵੀਡੀਓਜ਼ ਪਾਣੀਆਂ ਸ਼ੁਰੂ ਕੀਤੀਆਂ। ਸੋ ਮੈਨੂੰ ਥੋੜਾ ਜਿਹਾ ਇੰਟਰਸਟਿੰਗ ਲੱਗਿਆ, ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਸੋਚਣ ਵਾਸਤੇ ਕਿ ਉਹ ਮੈਨੂੰ ਕੈਂਸਰ ਵੀ ਹੈ। ਫਿਰ ਜਦ ਮੇਰੀ ਫੈਮਿਲੀ ਨੇ ਦੇਖਿਆ, ਮੇਰੇ ਹਸਬੈਂਡ ਕੁਆਇਟ ਸਰਪ੍ਰਾਈਜ਼ ਹੋਏ। ਫਿਰ ਉਹਨਾਂ ਨੇ ਫੀਡਬੈਕ ਦਿੱਤੀ ਕਿ ਤੁਸੀਂ ਜਦੋਂ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਹੈਗਾ, ਜਦੋਂ ਤੋਂ ਤੁਸੀਂ ਚੈਨਲ ਸ਼ੁਰੂ ਕੀਤਾ ਹੈ, ਤੇ ਤੁਹਾਡੇ ਚਿਹਰੇ ਤੇ ਆਪਾਂ ਹਮੇਸ਼ਾ ਇੱਕ ਐਕਸਾਈਟਮੈਂਟ ਦੇਖੀ ਹੈਗੀ ਹੈ, ਤੇ ਤੁਹਾਨੂੰ ਕਦੇ ਨਹੀਂ ਅਸੀਂ ਦੇਖਿਆ ਕਿ ਤੁਸੀਂ ਬੈਠ ਕੇ ਸੋਚ ਰਹੇ ਹੋ ਕਿ ਉਹ ਅੱਛਾ ਮੈਨੂੰ ਤਾਂ ਕੈਂਸਰ ਕਹਿੰਦੇ, ਤੁਸੀਂ ਭੁੱਲ ਹੀ ਗਏ ਕਿ ਤੁਹਾਨੂੰ ਕੈਂਸਰ ਵੀ ਸੀਗਾ। ਸੋ ਕਿਉਂਕਿ ਮੈਨੂੰ ਫਿਰ ਯਾਦ ਆਈ ਗੱਲ, ਮੈਂ ਕਿ ਨਹੀਂ, ਰੀਹੈਬ ਵਾਲਿਆਂ ਨੇ ਮੈਨੂੰ ਦੱਸਿਆ ਸੀਗਾ ਕਿ ਜਿਹੜੀ YouTube ਹੈਗੀ ਹੈ ਇਹ ਤੁਹਾਡੇ ਵਾਸਤੇ ਐਜ਼ ਅ ਥੈਰੇਪੀ ਕੰਮ ਕਰੇਗੀ। ਔਰ ਦੇਖੋ, ਬਿਲਕੁਲ ਐਜ਼ ਅ ਥੈਰੇਪੀ ਮੇਰੇ ਲਈ ਕੰਮ ਕੀਤਾ। ਔਰ ਕੋਈ ਮੈਨੂੰ ਨਹੀਂ ਸੀ ਪਤਾ ਕਿ ਕਿੱਦਾਂ ਮੈਂ ਵੀਡੀਓ ਬਣਾਉਣੀ ਹੈ, ਕੀ ਮੈਂ ਕਰਨਾ। ਮੈਨੂੰ ਨਹੀਂ ਸੀ ਪਤਾ ਜੀ ਕਿ ਇੰਸਟਾਗ੍ਰਾਮ ਹੁੰਦਾ ਕੀ ਹੈ, ਮਤਲਬ ਅਕਾਊਂਟ ਨਹੀਂ ਸੀਗਾ। ਫਿਰ ਇੰਸਟਾਗ੍ਰਾਮ, ਤੁਸੀਂ ਯਕੀਨ ਨਹੀਂ ਮੰਨੋਗੇ, ਮੈਨੂੰ ਰੀਲਾਂ ਰੂਲਾਂ ਹਜੇ ਵੀ ਮੈਨੂੰ ਬਣਾਉਣੀਆਂ ਆਉਂਦੀਆਂ। ਕੋਈ ਨਾ, ਸਿਖਾ ਦਾਂਗੇ ਜੀ ਆਪਾਂ। ਸੋ ਦੈਟਸ ਹਾਊ ਇਟ ਸਟਾਰਟਡ, ਬਟ ਇਟਸ ਅ ਕੁਆਇਟ ਬਹੁਤ ਮੈਨੂੰ ਰੀਹੈਬ ਵਾਲਿਆਂ ਦਾ ਇਸ ਚੀਜ਼ ਦੇ ਵਿੱਚ ਮੈਨੂੰ ਹੈਲਪ ਹੋਈ। YouTube ਦਾ ਜਿਹੜਾ ਮੈਂ ਚੈਨਲ ਓਪਨ ਕੀਤਾ, ਫਿਰ ਉਹ ਮੈਨੂੰ ਫਿਜ਼ੀਓ ਲਈ ਬੁਲਾਉਂਦੇ ਨੇ, ਮਤਲਬ ਮੇਰੀ ਜਿਹੜੇ ਫਰੋਜ਼ਨ ਸ਼ੋਲਡਰ ਹੈ ਰੈਗੂਲਰ ਮੈਨੂੰ ਬੁਲਾਉਂਦੇ ਨੇ। ਫਿਰ ਜਿਹੜਾ ਆਫਟਰ ਟ੍ਰੀਟਮੈਂਟ ਹੈਗਾ ਉਹ ਵੀ ਹੁਣ ਮੇਰੀਆਂ ਰੈਗੂਲਰ ਮੇਰੇ ਮੈਮੋਗ੍ਰਾਮ ਹੁੰਦੇ ਨੇ, ਰੈਗੂਲਰ ਮੇਰੇ MRI ਹੁੰਦੇ ਨੇ, ਰੈਗੂਲਰ ਮੇਰਾ ਬਲੱਡ ਵਰਕ ਹੁੰਦਾ। ਫਿਰ ਰੈਗੂਲਰ ਮੇਰਾ ਜਿਹੜੀ ਥਾਇਰੋਇਡ ਦੀ ਪ੍ਰੋਬਲਮ ਸੀਗੀ, ਉੱਥੇ ਮੈਨੂੰ ਇੱਕ ਹੋਰ ਪ੍ਰੋਬਲਮ ਸ਼ੁਰੂ ਹੋ ਗਈ ਕਿ ਮੇਰੇ ਥਾਇਰੋਇਡ ਦੇ ਵਿੱਚ ਮੇਰੇ 3 ਨੋਡਿਊਲਸ ਆ ਗਈਆਂ। ਉਹ ਫੇਰ ਲੱਗਿਆ ਕਿ ਯਾਰ ਹੁਣੇ ਤਾਂ ਸਾਰਾ ਕੁਝ ਠੀਕ ਕੀਤਾ ਸੀ, ਇੱਕ ਹੋਰ ਨਵੀਂ ਮੁਸੀਬਤ ਆ ਗਈ। ਬਟ ਫਿਰ ਉਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਤੇ ਸੈਡ ਕਿ ਜਿਹੜੀਆਂ ਨੋਡਿਊਲਸ ਦੀਆਂ ਪ੍ਰੋਬਲਮ ਨੇ ਉਹ 90% ਵਿਮਨ ਨੂੰ ਹੁੰਦੀਆਂ ਨੇ। ਸੋ ਉਹ ਨਾਰਮਲ ਹੈਗੀ, ਉਹਦੇ ਤੋਂ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ। ਬਟ ਹਾਂ, ਤੁਸੀਂ ਉਹਦੇ ਤੇ ਕੀਪ ਐਨ ਆਈ ਜ਼ਰੂਰ ਰੱਖਣਾ ਹੁੰਦਾ ਹੈਗਾ ਵੀ ਕਿਤੇ ਇਹ ਕੈਂਸਰਸ ਦੇ ਵਿੱਚ ਟਰਨ ਨਾ ਹੋ ਜਾਣ ਜਾਂ ਕੁਝ ਐਸੀ ਚੀਜ਼ ਨਾ ਹੋ ਜਾਏ। ਸੋ ਦੇ ਜਸਟ ਕੀਪਿੰਗ ਆਈ ਹਰ ਚੀਜ਼ ਦੇ ਉੱਤੇ। ਮੇਰੀ ਜੋ ਰੂਟੀਨ ਮੇਰੀ ਹੈਗੀ ਉਹ ਤੇ ਆਈ ਡਾਕਟਰਸ ਨੇ ਹਜੇ ਵੀ ਰੱਖੀ ਹੋਈ ਹੈ। ਹਾਂਜੀ, ਇੱਕ ਨਾ ਮੇਰੇ ਦੋਸਤ ਸੀਗੇ, ਉਹਨਾਂ ਦੀ ਬੇਟੀ ਆ, ਜਿੱਦਾਂ ਉਹਨਾਂ ਦੇ ਨਾ ਬ੍ਰੈਸਟ 'ਚ ਗੰਢਾਂ ਸੀਗੀਆਂ, ਉਹਨਾਂ ਨੇ ਗੰਢਾਂ ਦਾ ਸੈਂਪਲ ਦਿੱਤਾ ਸੀ, ਉਹ ਬਿਲਕੁਲ ਨੌਨ ਕੈਂਸਰ ਆਇਆ ਸੀ। ਸੋ ਜੇ ਕਿਸੇ ਦੇ ਵੀਡੀਓ ਦੇਖ ਕੇ ਕਿਸੇ ਭੈਣ ਦੇ ਲੱਗਿਆ ਵੀ ਤੇ ਗੰਢ ਆ, ਉਹਨਾਂ ਨੂੰ ਚੈੱਕ ਕਰਾਉਣੀ ਚਾਹੀਦੀ ਹੈ ਡੈਫੀਨੇਟਲੀ, ਕਿਉਂਕਿ ਉਹ ਚੀਜ਼ ਨੂੰ ਵਧਣ ਤੋਂ ਪਹਿਲਾਂ ਆਪਾਂ ਚੈੱਕਅਪ ਕਰਾ ਲਈਏ ਤਾਂ ਬਹੁਤ ਵਧੀਆ ਗੱਲ ਆ। ਆਪਦਾ ਪਰਿਵਾਰ ਦੇਖੋ, ਬੱਚੇ ਦੇਖੋ, ਇਹੀ ਮੈਂ ਬੇਨਤੀ ਕਰਨਾ। ਹਾਂਜੀ ਬਿਲਕੁਲ, ਕਿਉਂਕਿ ਤੁਸੀਂ ਉਹਨੂੰ ਸ਼ੇਅਰ ਕਰੋ, ਕਿਉਂਕਿ ਆਪਣੇ ਡਾਕਟਰ ਕੋਲ ਜਾਓ। ਇੱਥੇ ਤਾਂ ਤੁਸੀਂ ਸ਼ਾਇਦ ਸਾਰੀਆਂ ਫੀਮੇਲਸ ਨੂੰ ਇਹ ਚੀਜ਼ ਬਹੁਤ ਅੱਛੇ ਤਰੀਕੇ ਨਾਲ ਪਤਾ ਹੋਏਗੀ ਕਿ ਜਦੋਂ ਵੀ ਆਪਣੇ ਫੈਮਿਲੀ ਫਿਜ਼ੀਸ਼ੀਅਨ ਕੋਲ ਜਾਂਦੇ ਆ, ਵੈਸੇ ਤਾਂ ਜਿਹੜਾ ਫਿਜ਼ੀਕਲ ਚੈੱਕ ਹੁੰਦਾ ਉਹ ਤਾਂ ਮੇਲਸ ਦਾ ਵੀ ਹੁੰਦਾ, ਫੀਮੇਲਸ ਦਾ ਵੀ ਹੁੰਦਾ, ਹੈ ਨਾ। ਲੇਕਿਨ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹਨਾਂ ਦੇ ਕੁਝ ਐਕਸਟਰਾ ਚੈੱਕਅਪ ਹੁੰਦੇ ਨੇ। ਉਹ ਤੁਹਾਡੇ ਜਿੱਦਾਂ ਪੈਪ ਟੈਸਟ ਹੈਗਾ, ਉਹ ਤੁਹਾਡਾ ਐਵਰੀ 2 ਇਅਰਸ ਹੋਣਾ ਹੀ ਚਾਹੀਦਾ, ਤੁਹਾਨੂੰ ਜ਼ਰੂਰ ਕਰਾਉਣਾ ਚਾਹੀਦਾ। ਤੁਹਾਨੂੰ ਬਿਲਕੁਲ ਉਹ 'ਚ ਨਹੀਂ ਕਰਨੀ ਚਾਹੀਦੀ। ਈਵਨ ਜਿਹੜੀ ਤੁਹਾਡੀ ਬ੍ਰੈਸਟ ਦੀ ਸਕਰੀਨਿੰਗ ਹੈਗੀ ਆ, ਇਹ ਵੀ ਰੈਗੂਲਰ ਬੇਸਿਸ ਤੇ ਹੁੰਦੀ ਹੈ। ਈਵਨ ਆਫਟਰ 50 ਜਿਹੜੀ ਏਜ ਹੈਗੀ ਆ, ਉਦੋਂ ਤਾਂ ਤੁਸੀਂ ਬਿਲਕੁਲ ਆਪਣਾ ਇੱਕ ਰੈਗੂਲਰ ਜਿੱਦਾਂ ਪੈਪ ਟੈਸਟ ਹੁੰਦਾ ਹੈ ਆਫਟਰ 2 ਇਅਰਸ ਤੋਂ ਤੁਹਾਡੀ ਜਿਹੜੀ ਬ੍ਰੈਸਟ ਸਕਰੀਨਿੰਗ ਹੈ, ਆਫਟਰ 2 ਇਅਰ ਤੁਹਾਡਾ ਮੈਮੋਗ੍ਰਾਮ ਜ਼ਰੂਰ ਹੁੰਦਾ ਹੈਗਾ। ਜਿੱਦਾਂ ਅਮਰੀਕਾ ਹੈਗਾ, ਤੇ ਅਮਰੀਕਾ ਦੇ ਅੰਦਰ ਜਿਹੜੀ ਏਜ ਹੈਗੀ ਹੈ ਮੈਮੋਗ੍ਰਾਮ ਦੀ ਉਹ 40 ਇਅਰਸ ਹੈਗੀ ਆ, ਹੈ ਨਾ। ਸੋ ਐਟ ਦਾ ਸੇਮ ਟਾਈਮ ਹੁੰਦਾ ਹੈਗਾ ਕਿ ਜੇ ਆਲਰੇਡੀ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਬ੍ਰੈਸਟ ਕੈਂਸਰ ਹੈਗਾ ਜਾਂ ਕਿਸੇ ਨੂੰ ਓਵਰੀਅਨ ਕੈਂਸਰ ਹੈਗਾ, ਤੇ ਉਹਨਾਂ ਜਿਹੜੀਆਂ ਫੀਮੇਲਸ ਨੇ ਉਹਨਾਂ ਨੂੰ ਥੋੜਾ ਜ਼ਿਆਦਾ ਅਵੇਅਰ ਰਹਿਣਾ ਚਾਹੀਦਾ, ਕਿਉਂਕਿ ਬਿਕੋਜ਼ ਯੂ ਆਰ ਅੰਡਰ ਰਡਾਰ ਆਲ ਦਾ ਟਾਈਮ, ਹੈ ਨਾ। ਹੁਣ ਸਪੋਜ਼ ਜਿੱਦਾਂ ਮੈਨੂੰ ਹੋਇਆ, ਮੈਂ ਤਾਂ ਜੀ ਐਵੇਂ ਪਿਕ ਸੀਗੀ, ਤੁਸੀਂ ਕਹਿ ਲਓ ਵੀ ਮੈਨੂੰ ਤਾਂ ਉਹੀ ਕਹਿੰਦੇ ਨੇ ਵੀ ਤੁਹਾਡੇ ਕਰਮਾਂ ਦੀ ਤੁਹਾਨੂੰ ਸਜ਼ਾ ਕਿਤੇ ਨਾ ਕਿਤੇ ਤਾਂ ਮਿਲਦੀ ਹੈ। ਮੈਂ ਤਾਂ ਇਹਨੂੰ ਇਦਾਂ ਹੀ ਲੈਣੀ ਹੈ, ਕਿਉਂਕਿ ਜਿਹੜਾ 1 in every 8 women ਇਸ ਟਾਈਮ ਵਰਲਡ ਵਾਈਡ ਕੈਂਸਰ ਹੁੰਦਾ ਹੀ 8 ਔਰਤਾਂ ਦੇ ਵਿੱਚੋਂ 1 ਔਰਤ ਨੂੰ ਬ੍ਰੈਸਟ ਕੈਂਸਰ ਹੁੰਦਾ ਹੀ ਹੁੰਦਾ ਹੈਗਾ, ਹੈ ਨਾ। ਸੋ ਉਹਦੇ ਲਈ ਹੁਣ ਚੀਜ਼ਾਂ ਹੋ ਸਕਦਾ ਤੁਹਾਡੀ ਫੈਮਿਲੀ ਦੇ ਵਿੱਚ ਹੋਵੇ, ਜਾਂ ਹੋ ਸਕਦਾ ਤੁਸੀਂ ਕੋਈ ਟੌਕਸਿਕ ਮੈਡੀਕੇਸ਼ਨਸ ਲਈਆਂ ਹੋਣ, ਜਾਂ ਤੁਸੀਂ ਐਲਕੋਹਲ ਪੀਤਾ ਹੋਵੇ, ਜਾਂ ਤੁਸੀਂ ਕੋਈ ਡਰੱਗਸ ਲਈਆਂ ਹੋਣ, ਜਾਂ ਤੁਹਾਡਾ ਲਾਈਫ ਸਟਾਈਲ ਐਕਟਿਵ ਨਾ ਹੋਵੇ, ਜਾਂ ਤੁਹਾਡਾ ਖਾਣ ਪੀਣ ਉੱਦਾਂ ਦਾ ਹੋਵੇ, ਲੇਕਿਨ ਮੇਰੇ ਕੇਸ ਦੇ ਵਿੱਚ ਐਸਾ ਬਿਲਕੁਲ ਕੁਝ ਨਹੀਂ ਸੀਗਾ। ਮੈਂ ਨਾਰਮਲ ਰੈਗੂਲਰ ਮੈਂ ਯੋਗਾ ਕਰਦੀ ਹਾਂ, ਰੈਗੂਲਰ ਮੈਂ ਐਕਸਰਸਾਈਜ਼, ਤੇ ਮੇਰੀ ਫੈਮਿਲੀ ਦੇ ਵਿੱਚ ਕਿਸੇ ਨੂੰ ਨਹੀਂ ਸੀਗਾ। ਮੇਰਾ ਲਾਈਫ ਸਟਾਈਲ ਵੀ ਬਿਲਕੁਲ ਬਹੁਤ ਡਿਫਰੈਂਟ ਹੈ, ਖਾਣ ਪੀਣ ਸਾਡਾ ਬਹੁਤ ਡਿਫਰੈਂਟ ਹੈਗਾ। ਮਤਲਬ ਆਪਾਂ ਪ੍ਰੋਸੈਸਡ ਫੂਡ, ਕੈਨਡ ਫੂਡ, ਚਿਪਸ ਚੁਪਸ ਆਪਾਂ ਬਿਲਕੁਲ ਨਹੀਂ ਖਾਂਦੇ। ਮਤਲਬ ਕੋਕ ਜਿਹੜੀ ਹੈਗੀ ਉਹ ਮੇਰੇ ਬੱਚਿਆਂ ਨੇ ਅੱਜ ਤੱਕ ਕਦੇ ਟੱਚ ਵੀ ਨਹੀਂ ਕੀਤੀ, ਮਤਲਬ ਉਹਨਾਂ ਨੂੰ ਟੇਸਟ ਵੀ ਨਹੀਂ ਪਤਾ ਉਸ ਚੀਜ਼ ਦਾ। ਸੋ ਈਵਨ ਦੈਨ ਦੇਖੋ, ਮਤਲਬ ਮੈਂ ਇਹਦੇ ਕਾਬੂ 'ਚ ਆ ਗਈ ਹਾਂ। ਫਿਰ ਮੇਰੇ ਉਹਨਾਂ ਨੇ ਜੀਨਸ ਚੈੱਕ ਕੀਤੇ।
ਸੋ ਮੇਰੇ 86 ਜੀਨਸ ਸੀਗੇ, ਉਹ ਉਹਨਾਂ ਨੇ ਮੇਰੇ ਚੈੱਕ ਕੀਤੇ ਕਿ ਕਿਤੇ ਮੇਰੇ ਪੁਰਾਣੇ ਪੜਦਾਦੇ ਜਾਂ ਕਿਤੇ ਹੋਰ ਜਨਰੇਸ਼ਨ ਦੇ ਵਿੱਚ ਤਾਂ ਨਹੀਂ ਸੀਗਾ। ਮੇਰੇ ਉਹ 86 ਜੀਨਸ ਮੇਰੇ ਕਲੀਅਰ ਆਏ, ਕਿਤੇ ਕੁਝ ਨਹੀਂ ਸੀਗਾ। So I was a kind of a random pick ਕਿਉਂਕਿ ਕੋਈ ਆਪਾਂ ਕੰਟਰਾਸੈਪਟਿਵਸ ਨਹੀਂ ਲਈਆਂ, ਜਿੱਦਾਂ ਜਿੱਦਾਂ ਆਪਾਂ ਜੀ ਬਰਥ ਕੰਟਰੋਲ ਪਿਲਸ ਆਪਾਂ ਲੈਣੇ ਹੈਗੇ ਆ, ਤੇ ਉਹ ਬਹੁਤ ਵੱਡਾ ਕਾਰਨ ਬਣਦੀ ਹੈਗੀ ਹੈ ਇੱਕ ਬ੍ਰੈਸਟ ਕੈਂਸਰ ਦਾ। ਆਪਾਂ ਆਪਣੇ ਬੱਚਿਆਂ ਨੂੰ ਫੀਡ ਨਹੀਂ ਕਰਦੇ, ਬ੍ਰੈਸਟ ਫੀਡ ਨਹੀਂ ਕਰਦੇ, ਉਹ ਬਹੁਤ ਬਿਗ ਕਾਰਨ ਬਣਦੀ ਹੈਗੀ ਹੈ ਬ੍ਰੈਸਟ ਕੈਂਸਰ ਦਾ। ਸੋ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈਗਾ, ਹਨਾ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਕਿ ਆਪਾਂ ਕੋਈ ਵੀ ਡਰੱਗ ਲੈਂਦੇ ਹਾਂ, ਕੋਈ ਵੀ ਆਪਾਂ ਪਿਲ ਲੈਂਦੇ ਹਾਂ, ਕੁਛ ਵੀ ਆਪਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੀਏ ਤੇ ਉਹਨੂੰ ਪੁੱਛੀਏ ਕਿ ਇਹਦੇ ਸਾਈਡ ਇਫੈਕਟ ਕੀ ਹੋਣਗੇ। ਚਲੋ ਫਾਇਦਾ ਤੇ ਸਾਨੂੰ ਪਤਾ ਲੱਗ ਹੀ ਜਾਂਦਾ, ਤਾਂ ਹੀ ਆਪਾਂ ਕੋਈ ਮੈਡੀਕੇਸ਼ਨ ਲੈਣ, ਲੇਕਿਨ ਉਹਦੇ ਜਿਹੜੇ ਸਾਈਡ ਇਫੈਕਟ ਹੈ ਆਪਾਂ ਉਹ ਜ਼ਰੂਰ ਚੈੱਕ ਕਰੀਏ। ਔਰ ਐਸਾ ਨਾ ਹੋ ਕਿ ਆਪਾਂ ਇੱਕ ਉਹ ਟੈਂਪਰੇਰੀ ਮੂਵਮੈਂਟ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਆਪਣੀ ਲਾਈਫ ਦੇ ਨਾਲ ਮਤਲਬ ਇੰਨਾ ਵੱਡਾ ਖਿਲਵਾੜ ਕਰਕੇ ਔਰ ਕਿਤੇ ਦੀ ਕਿਤੇ ਆਪਣੀ ਜ਼ਿੰਦਗੀ ਪਹੁੰਚ ਜੇ। ਕਿਉਂਕਿ ਲੇਡੀਜ਼ ਦੇ ਲਈ ਬੱਚੇ ਹੁੰਦੇ ਨੇ ਤੇ ਬੱਚਿਆਂ ਨੂੰ ਮਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਅੱਜ ਦੀ ਵੀਡੀਓ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਣਾ। ਆਪਾਂ ਵੀਡੀਓ ਹੋਰ ਵੀ ਲੰਬੀ ਬਣਾ ਸਕਦੇ ਹਾਂ, ਬਟ ਇਹ ਆ ਵੀ ਇਹਨਾਂ ਦੇ ਚੈਨਲ ਤੇ ਜ਼ਰੂਰ ਜਾ ਕੇ ਆਇਓ, ਤੇ ਉਹਨਾਂ ਦਾ ਡਿਸਕ੍ਰਿਪਸ਼ਨ ਵਿੱਚ ਲਿੰਕ ਇੰਸਟਾਗ੍ਰਾਮ ਦਾ ਜ਼ਰੂਰ ਦੂੰਗਾ। ਤੁਸੀਂ ਇਹਨਾਂ ਨੂੰ ਮੈਸੇਜ ਕਰ ਲਿਓ ਇੰਸਟਾਗ੍ਰਾਮ ਤੇ ਜੇ ਕੋਈ ਹੋਰ ਵੀਰ ਇੱਦਾਂ ਦਾ ਕੋਈ ਸਰਵਾਈਵਰ ਆ, ਹੈ ਨਾ, ਉਹ ਜ਼ਰੂਰ ਆਪਦੀ ਜਰਨੀ ਸ਼ੇਅਰ ਕਰੇ। ਇਹਨਾਂ ਦਾ ਬਹੁਤ ਥੈਂਕ ਯੂ ਕਰਦਾ ਕਿ ਇਹਨਾਂ ਨੇ ਆਪਦੀ ਜਰਨੀ ਦੱਸੀ ਆ। ਬਹੁਤ ਵੱਡਾ ਜਿਗਰਾ ਚਾਹੀਦਾ ਦੱਸਣ ਲਈ। ਤੇ ਆਪਦੇ ਅਗਲਾ ਕੋਈ ਜੇ ਕੋਈ ਡਿਪਰੈਸ਼ਨ ਜਿਹੜਾ ਦੱਸਦਾ ਨਹੀਂ ਵੀ ਮੈਂ ਡਿਪਰੈਸ਼ਨ 'ਚ ਸੀਗਾ, ਜਾਂ ਵੀ ਸ਼ਰਮ ਮੰਨਦਾ ਉਹ ਚੀਜ਼ 'ਚ, ਪਰ ਕਿਸੇ ਦੀ ਦੂਜੇ ਦੀ ਹੈਲਪ ਹੋ ਜਾਂਦੀ ਹੈ। ਸੋ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਕੁਝ ਕਹਿਣਾ ਚਾਹੁੰਦੇ ਹੋ ਐਂਡ ਤੇ? ਹਾਂਜੀ, ਮੈਂ ਇੱਕ ਗੱਲ ਕਹਿਣਾ ਚਾਹਾਂਗੀ। ਦੇਖੋ, ਲਾਈਫ ਬਹੁਤ ਵਾਰ ਤੁਹਾਨੂੰ ਕਿਸੇ ਐਸੇ ਮੋੜ 'ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਹੁਣ ਮੇਰੇ ਕੋਲ ਕੋਈ ਚੋਇਸ ਨਹੀਂ ਹੈ, ਮੇਰੇ ਕੋਲ ਕੋਈ ਰਸਤਾ ਨਹੀਂ ਹੈ। ਲੇਕਿਨ ਐਸਾ ਬਿਲਕੁਲ ਨਹੀਂ ਹੈ। ਜਦੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੁੰਦਾ, ਉਸ ਟਾਈਮ ਵੀ ਤੁਹਾਡੇ ਕੋਲ ਦੋ ਰਸਤੇ ਹੁੰਦੇ ਨੇ। ਜਾਂ ਤਾਂ ਤੁਸੀਂ ਉਸ ਪ੍ਰੋਬਲਮ ਨੂੰ ਇੱਕ ਸਟਰੋਂਗ ਵਿਲ ਪਾਵਰ ਦੇ ਨਾਲ ਉਹਨੂੰ ਫੇਸ ਕਰੋ, ਤੇ ਜਾਂ ਫਿਰ ਤੁਸੀਂ ਮਤਲਬ ਡਿਪਰੈਸ ਹੋ ਜਾਓ, ਢੇਰ ਹੋ ਜਾਓ, ਤੇ ਫਿਰ ਉਸ ਚੀਜ਼ ਦੇ ਵਿੱਚ ਜੇ ਤੁਸੀਂ ਢੇਰ ਹੋ ਗਏ ਤਾਂ ਤੁਹਾਡਾ ਕੁਛ ਨਹੀਂ ਬਣਨਾ। ਸੋ ਬੈਟਰ ਹੈਗਾ ਕਿ ਜਿਹੜਾ ਤੁਸੀਂ ਫੇਸ ਇਟ ਵਿਦ ਅ ਸਟਰੋਂਗ ਵਿਲ ਪਾਵਰ, ਤੇ ਜਿਹਦਾ ਤੁਹਾਨੂੰ ਫਾਇਦਾ ਵੀ ਹੋਏਗਾ ਤੇ ਤੁਸੀਂ ਸਰਵਾਈਵ ਡੈਫੀਨੇਟਲੀ ਕਰੋਗੇ। ਕਿਉਂਕਿ ਐਸੀ ਕੋਈ ਚੀਜ਼ ਨਹੀਂ ਹੈ ਅੱਜ ਦੀ ਦੁਨੀਆ ਵਿੱਚ ਜਿਹਦਾ ਸਰਵਾਈਵਲ ਨਹੀਂ ਹੈ। ਕੈਂਸਰ ਦਾ ਵੀ ਸਰਵਾਈਵਰ ਹੈਗਾ, ਈਵਨ ਸਟੇਜ 3 ਜਿਹੜਾ ਕੈਂਸਰ ਹੈਗਾ ਉਹ ਵੀ ਕੰਟਰੋਲੇਬਲ ਆ। ਸੋ ਡੋਂਟ ਵਰੀ, ਜਸਟ ਸ਼ੇਅਰ ਵਿਦ ਐਵਰੀਬਡੀ। ਪਹਿਲਾਂ ਫੈਮਿਲੀ ਨਾਲ, ਫਰੈਂਡਸ ਨਾਲ। ਕੋਈ ਗੱਲ ਕਰਨ ਵਾਲਾ ਨਹੀਂ ਹੈ, ਮੇਰੇ ਨਾਲ ਗੱਲ ਕਰੋ। ਮੈਨੂੰ ਤੁਸੀਂ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ, ਮੇਰੇ ਇੰਸਟਾ ਤੇ ਕਰ ਸਕਦੇ ਹੋ, ਮੇਰੇ YouTube ਤੇ ਕਰ ਸਕਦੇ ਹੋ। ਤੁਸੀਂ ਕੋਈ ਵੀ ਗੱਲ ਸ਼ੇਅਰ ਕਰਨੀ ਹੈ ਤੇ ਤੁਹਾਡੀ ਗੱਲ ਜਿਹੜੀ ਸਿਰਫ ਉਹ ਮੇਰੇ ਤੱਕ ਹੀ ਰਹੇਗੀ, ਕਿਸੇ ਹੋਰ ਕੋਲ ਬਿਲਕੁਲ ਨਹੀਂ ਜਾਏਗੀ। ਤੇ ਜਿੱਥੋਂ ਤੱਕ ਮੇਰਾ ਹੋ ਸਕੇ ਮੈਂ ਤੁਹਾਡੀ ਹਰ ਤਰੀਕੇ ਨਾਲ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੀ। ਥੈਂਕ ਯੂ ਸੋ ਮਚ ਤੁਹਾਡਾ, ਤੁਸੀਂ ਟਾਈਮ ਦਿੱਤਾ ਅੱਜ, ਤੇ ਸਾਨੂੰ ਸਪੈਸ਼ਲ ਮੈਂ ਵੀਡੀਓ ਤੁਸੀਂ ਮੈਨੂੰ ਇਨਵਾਈਟ ਕੀਤਾ ਵੀ ਵੀਡੀਓ ਕਰੋ ਮੇਰੇ ਨਾਲ। ਨਹੀਂ ਕੋਈ ਜ਼ਿਕਰ ਨਹੀਂ ਕਰਦਾ ਇੱਦਾਂ। ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ, ਤੇ ਕਿਸੇ ਹੋਰ ਨਾਲ ਕਿਸੇ ਹੋਰ ਗੱਲਬਾਤ ਬਾਰੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਤੇ ਆਸ ਕਰਦਾ ਬਹੁਤ ਮੇਰੀਆਂ ਭੈਣਾਂ, ਬਹੁਤ ਮੇਰੇ ਵੀਰਾਂ ਨੇ ਸਿੱਖਿਆ ਹੋਊਗਾ, ਤੇ ਜ਼ਰੂਰ ਚੈੱਕਅਪ ਕਰਾਇਓ ਆਪਦੇ ਬੱਚਿਆਂ ਲਈ। ਮੇਰੇ ਕਹਿਣ ਤੇ ਜੇ ਮੈਨੂੰ ਕੁਝ ਮੰਨਦੇ ਹੋ ਭਰਾ ਆਪਦਾ, ਤੇ ਆਪਦੇ ਮਾਂ ਪਿਓ ਦੇ ਮੂੰਹ ਨੂੰ ਦੇਖ ਕੇ ਜ਼ਰੂਰ ਇੱਕ ਵਾਰੀ ਚੈੱਕਅਪ ਜ਼ਰੂਰ ਕਰੋ। ਬਿਲਕੁਲ ਜੀ, ਹਾਂਜੀ ਬਿਲਕੁਲ ਜੀ। ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ। ਫਿਰ ਮਿਲਦੇ ਹਾਂ ਕਿਸੇ ਹੋਰ।